ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 415 ਤੇ ਉੱਤੋਂ ਦੂਸਰੀ ਪੰਕਤੀ ਹੈ 6 ਨੰਬਰ ਤੋਂ ਬਾਅਦ। ਮੇਰਾ ਪ੍ਰਭ ਲਾਏ ਤਾਂ ਕੋ ਲਾਗੈ। ਇਹਨੂੰ ਤਾ ਕੋ ਨਹੀਂ ਪੜ੍ਹਨਾ, ਤਾ ਕੋ ਹੁੰਦਾ ਉਸ ਨੂੰ। ਇਹ ਮੇਰਾ ਪ੍ਰਭ ਲਾਏ ਤਾਂ ਕੋ ਲਾਗੈ, ਹਉਮੈ ਮਾਰੇ ਸ਼ਬਦੇ ਜਾਗੈ, ਐਥੈ ਉਥੈ ਸਦਾ ਸੁਖ ਆਗੈ। ਵੀ ਮੇਰਾ ਪਰਮਾਤਮਾ ਜਿਸ ਨੂੰ ਭਜਨ ਬੰਦਗੀ ਤੇ ਕਰਨ ਲਾਉਂਦਾ ਹੈ ਤਾਂ ਕੋ ਲਾਗੇ, ਤਾਂ ਹੀ ਕੋਈ ਭਜਨ ਬੰਦਗੀ ਕਰਨ ਲੱਗਦਾ ਹੈ। ਤੁਸੀਂ ਐਵੇਂ ਨਹੀਂ ਆ ਗਏ ਸਤਸੰਗ 'ਚ, ਪਰਮਾਤਮਾ ਨੇ ਤੁਹਾਨੂੰ ਭੇਜਿਆ ਕਿ ਜਾਓ ਭਾਈ, ਕਿਉਂਕਿ ਸਾਡੇ ਅੰਦਰ ਹੀ ਬੈਠਾ ਹੈ, ਸਾਡੀ ਘੁੰਡੀ ਨੂੰ ਮਰੋੜ ਦਿੰਦਾ ਹੈ। ਚਲੋ ਗੁਰਦੁਆਰੇ, ਕਈਆਂ ਦੀ ਘੁੰਡੀ ਨੂੰ ਮਰੋੜਦਾ ਚਲੋ ਠੇਕੇ। ਆਹੀ ਠੇਕੇ ਦਾ ਸਮਾਂ ਹੈ, ਆਹੀ ਅਸੀਂ ਇਸ ਲਈ ਜਾਣ ਕੇ ਰੱਖਿਆ ਹੋਇਆ ਹੈ ਵੀ ਤਾਂ ਕਿ ਜਿਹੜਾ ਇੱਥੇ ਆ ਜਾਏਗਾ ਉਹ ਠੇਕੇ ਜਾਣੋਂ ਆਪੇ ਹੀ ਹਟ ਜਾਏਗਾ। ਜੇ ਸਤ ਸੰਗਤ ਕਰੀਏ ਕੁਸੰਗਤ ਆਪਣੇ ਆਪ ਹਟ ਜਾਂਦੀ ਹੈ। ਸਾਈਕੋਲੋਜੀ ਕਹਿੰਦੀ ਹੈ ਬੱਚੇ ਨੇ ਨਾ, ਅਗਰ ਤੂੰ ਆ ਨਾ ਕਰ ਉਹ ਸਗੋਂ ਕਰੂਗਾ, ਸਗੋਂ ਕਰੇਗਾ। ਮੰਨ ਲਓ ਮੈਂ ਕਿਤਾਬ ਟੇਬਲ 'ਤੇ ਰੱਖ ਜਾਂਦਾ, ਘਰ ਗੈਸਟ ਆਏ ਨੇ, ਉਹ ਬੈਠੇ ਨੇ ਬੈੱਡ 'ਤੇ ਸੋਫੇ 'ਤੇ, ਮੈਂ ਉਹਨੂੰ ਕਹਿੰਦਾ ਜੀ ਮੇਰੀ ਕਿਤਾਬ ਨਾ ਛੇੜਿਓ, ਜਿਵੇਂ ਉਹ ਜ਼ਰੂਰ ਉਹਨੂੰ ਵੇਖਣਗੇ। ਹੋ ਸਕਦਾ ਜੇ ਮੈਂ ਨਾ ਕਹਿੰਦਾ ਹੋ ਸਕਦਾ ਪਈ ਰਹਿੰਦੀ। ਮਨਾ ਕੀਤਾ ਹੈ, ਇਹ ਨਹੀਂ ਕਹਿਣਾ ਬੁਰੀ ਸੰਗਤ 'ਚ ਨਾ ਜਾਓ, ਕਹਿੰਦਾ ਜਾਊਗਾ ਭਾਈ, ਸਤ ਸੰਗਤ 'ਚ ਆਇਆ ਕਰੋ ਬਸ। ਉਹ ਪੋਜ਼ੀਟਿਵ ਸੋਚ ਰੱਖਣੀ ਹੈ। ਲਿਖਿਆ ਹੁੰਦਾ ਫੁੱਲ ਨਾ ਤੋੜੋ, ਜਿਹੜਾ ਪੜ੍ਹਦਾ ਉਹ ਜ਼ਰੂਰ ਤੋੜਦਾ ਹੈ। ਸਗੋਂ ਉਹਨਾਂ ਨੂੰ ਕਹੇ ਭਾਈ ਫੁੱਲਾਂ ਦੀ ਸੰਭਾਲ ਕਰੋ। ਫਿਰ ਹੋਰ ਗੱਲ ਹੈ, ਇੱਥੇ ਪਿਸ਼ਾਬ ਕਰਨਾ ਮਨਾ ਹੈ, ਉੱਥੇ ਲੋਕਾਂ ਕੀਤਾ ਹੁੰਦਾ। ਪੜ੍ਹ ਵੀ ਰਹੇ ਹੁੰਦੇ, ਕੰਨ 'ਤੇ ਲਿਖਿਆ ਪਿਸ਼ਾਬ ਕਰਨਾ ਮਨਾ ਹੈ, ਫਿਰ ਉੱਥੇ ਪਿਸ਼ਾਬ ਕਰ ਦਿੰਦੇ। ਇੱਕ ਕੰਨ 'ਤੇ ਲਿਖਿਆ ਦੇਖੋ ਕੁੱਤਾ ਪਿਸ਼ਾਬ ਕਰ ਰਿਹਾ ਹੈ। ਇੱਕ ਬੰਦਾ ਦੂਜੇ ਨੇ ਕਿਹਾ ਤੂੰ ਇੱਥੇ ਪਿਸ਼ਾਬ ਕਰ, ਕੀ ਕਹਿੰਦਾ ਮੈਂ ਕਿਹੜਾ ਕੁੱਤਾ, ਇਹ ਤਾਂ ਕੁੱਤੇ ਨੂੰ ਕਿਹਾ। ਜਿਸ ਗੱਲ ਤੋਂ ਮਨੁੱਖ ਨੂੰ ਰੋਕੋ ਇਹ ਜ਼ਰੂਰ ਉਸ ਪਾਸੇ ਜਾਂਦਾ ਹੈ। ਨਕਲ ਨਾ ਮਾਰੋ, ਜ਼ਰੂਰ ਮਾਰਨਗੇ, ਵੀ ਕੋਈ ਖਾਸ ਗੱਲ ਹੋਣੀ ਕਿ ਨਕਲ ਨਾ ਮਾਰੋ। ਇਹ ਫਲ ਨਾ ਤੋੜੋ, ਜ਼ਰੂਰ ਤੋੜਨਗੇ, ਜ਼ਰੂਰ ਤੋੜਨਗੇ। ਇਸ ਲਈ ਸਾਈਕੋਲੋਜੀ ਕਹਿੰਦੀ ਹੈ ਨਾ 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 ਮਤ ਕਰੋ, ਮਿਹਨਤ ਕਰੋ ਭਾਈ, ਮਿਹਨਤ ਕਰਕੇ ਪਾਸ ਹੋਵੋ, ਫਿਰ ਹੋਰ ਗੱਲ ਹੁੰਦੀ ਹੈ। ਇਸ ਲਈ ਇਹ ਪਰਮਾਤਮਾ ਜਿਸ ਨੂੰ ਲਾਉਂਦਾ ਨਾ ਭਜਨ ਬੰਦਗੀ ਵਾਲੇ, ਉਹੀ ਕੋਈ ਲੱਗਦਾ ਹੈ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ, ਕਿਉਂਕਿ ਗੁਰਬਾਣੀ ਕਹਿੰਦੇ ਜਿਤ ਕੋ ਲਾਇਆ ਤਿਤ ਹੀ ਲਾਗਾ। ਜਿਸ ਪਾਸੇ ਪਰਮਾਤਮਾ ਕਿਸੇ ਨੂੰ ਲਾਉਂਦਾ ਹੈ ਇਹ ਮਨੁੱਖ ਉਸੇ ਪਾਸੇ ਲੱਗਦਾ ਹੈ। ਇਸ ਲਈ ਬਹੁਤਾ ਕਿਸੇ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਕੋਈ ਗੁਰਦੁਆਰੇ ਨਹੀਂ ਆਉਂਦਾ, ਸਾਡਾ ਕੰਮ ਹੈ ਸਿਰਫ ਕਹਿਣਾ। ਉਹ ਆਉਂਦਾ ਹੈ ਨਹੀਂ ਆਉਂਦਾ ਹੈ ਉਹਦੀ ਮਰਜ਼ੀ ਹੈ, ਨਹੀਂ ਆਏਗਾ ਤੇ ਘਾਟਾ ਉਸ ਨੂੰ ਹੈ, ਸਾਨੂੰ ਤੇ ਨਹੀਂ ਪੈਣਾ। ਜੇ ਉਹ ਆਏਗਾ ਫਿਰ ਸਾਨੂੰ ਫਾਇਦਾ ਹੈ, ਕਿਉਂਕਿ ਸਿੱਖ ਨੂੰ ਹੁਕਮ ਹੈ ਆਪ ਜਪੈ ਅਵਰੈ ਨਾਮ ਜਪਾਵੈ। ਅਸੀਂ ਆਪ ਵੀ ਜਪਣਾ, ਦੂਜਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਦੇਣੀ ਹੈ, ਬਾਕੀ ਜਪੇ ਨਾ ਜਪੇ। ਕਿਉਂਕਿ ਹਰ ਇੱਕ ਇਨਸਾਨ ਦੂਸਰੇ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ, ਇਹ ਸਾਡੀ ਆਦਤ ਹੈ। ਭਜਨ ਬੰਦਗੀ ਵਾਲਾ ਕਹੂਗਾ ਭਾਈ ਭਜਨ ਬੰਦਗੀ ਕਰਿਆ ਕਰੋ, ਪੀਣ ਵਾਲੇ ਕਹੇਗਾ ਬਈ ਪੀਆ ਕਰੋ, ਉਹ ਪੀਆ ਕਰੋ। ਉਹ ਨਹੀਂ ਕਿ ਪੀਣ ਵਾਲਾ ਕਦੇ ਨਹੀਂ ਕਹੇਗਾ ਨਾ ਪੀਆ ਕਰੋ, ਨੋ।
ਕਿਉਂ? ਫਿਰ ਤਾਂ ਉਹਦੇ ਵਰਗਾ ਹੋਏਗਾ ਹੀ ਨਹੀਂ। ਮਨੁੱਖ ਦੀ ਆਦਤ ਹੈ, ਕੁਦਰਤੀ ਹੈ ਕਿ ਉਹ ਜਿਹੋ ਜਿਹਾ ਹੁੰਦਾ ਉਹੋ ਜਿਹਾ ਦੂਜਿਆਂ ਨੂੰ ਬਣਾਉਣਾ ਚਾਹੁੰਦਾ ਹੈ। ਪਰਮਾਤਮਾ ਦੀ ਵੀ ਇਹੀ ਆਦਤ ਹੈ, ਬਈ ਤੁਸੀਂ ਮੇਰੇ ਵਰਗੇ ਹੋ। ਉਹ ਨਹੀਂ ਕਿ ਜੇ ਤੁਹਾਡੇ ਮਰਜ਼ੀ ਮੇਰਾ ਨਾ ਕਹਿੰਦੇ ਤੁਸੀਂ ਮੇਰੇ ਵਰਗੇ ਹੋ। ਅਗਲਾ ਪੁੱਛਦੇ ਤੁਹਾਡੇ ਵਰਗੇ ਕਿਵੇਂ ਹੋਈ ਹੈ? ਕਿ ਮੇਰਾ ਨਾਮ ਜਪੀ ਜਾਓ, ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੇ ਨੂੰ ਤੁਸੀਂ ਯਾਦ ਕਰਦੇ ਰਹੋਗੇ, ਕਰਦੇ ਰਹੋਗੇ, ਕਰਦੇ ਰਹੋਗੇ, ਇੱਕ ਦਿਨ ਉਹੇ ਜਿਹੇ ਹੋ ਜਾਵੋਗੇ। ਵਾਹਿਗੁਰੂ 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 ਕਰਦਾ ਇੱਕ ਦਿਨ ਬੰਦਾ ਵਾਹਿਗੁਰੂ ਦਾ ਰੂਪ ਹੋ ਜਾਂਦਾ। ਗਿਆਨੀ ਜੇ ਕਿਸੇ ਲੱਗੇ ਹੁੰਦੇ, ਹੀਰ ਰਾਂਝੇ ਦਾ ਕਿੱਸਾ ਲੱਗਾ ਸੀ, ਉਦੋਂ ਅਜੇ ਮੈਂ ਬਾਣੀ ਨਹੀਂ ਸੀ ਪੜ੍ਹਨੀ ਸ਼ੁਰੂ ਕੀਤੀ। ਚਲੋ ਗਿਆਨੀ ਜੀ ਕੁਝ ਬਾਣੀ ਆ ਜਾਂਦੀ ਹੈ, ਪਰ ਅਜੇ ਗੁਰੂ ਗ੍ਰੰਥ ਨਹੀਂ ਪੜ੍ਹਨੇ। ਉਹ ਹੀਰ ਕਹਿੰਦੀ ਵੀ ਮੈਂ ਰਾਂਝੇ ਨੂੰ ਯਾਦ ਕਰਦੀ ਰਹੀ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੇ ਕੋਈ। ਮੈਂ ਕਿਤੇ ਰਾਂਝੇ ਨੂੰ ਯਾਦ ਕਰਦੀ ਕਰਦੀ ਉਹਦਾ ਹੀ ਰੂਪ ਹੋ ਗਈ ਹਾਂ। ਜਦੋਂ ਬਾਣੀ ਪੜ੍ਹੀ ਮੈਂ ਹਾਂ ਯਾਰ ਵਾਹਿਗੁਰੂ 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 ਕਰਦਾ ਬੰਦਾ ਵੀ ਵਾਹਿਗੁਰੂ ਦਾ ਰੂਪ ਹੋ ਜਾਂਦਾ। ਪਰ ਵਾਹਿਗੁਰੂ ਵਾਹਿਗੁਰੂ ਉਹੀ ਕਰੇਗਾ ਜਿਸ ਤੋਂ ਪਰਮਾਤਮਾ ਕਰਵਾਏਗਾ। ਪਰਮਾਤਮਾ ਦੀ ਕਿਰਪਾ ਹੈ, ਸਾਡੇ ਤੋਂ ਕਰਵਾ ਰਿਹਾ ਹੈ। ਇਹ ਨਹੀਂ ਕਹਿਣਾ ਮੈਂ ਕਰ ਰਿਹਾ ਫਿਰ ਹਉਮੈ ਆ ਜਾਏਗਾ। ਮੈਂ ਕਰ ਰਿਹਾ, ਮੈਂ ਸਤਸੰਗ ਕਰ ਰਿਹਾ ਹਾਂ, ਮੈਂ ਕਥਾ ਸੁਣ ਰਿਹਾ ਹਾਂ, ਮੈਂ ਆ ਕਰ ਰਿਹਾ ਹਾਂ। ਨਹੀਂ, ਇਹ ਸਭ ਕੁਛ ਪਰਮਾਤਮਾ ਸਾਡੇ ਤੋਂ ਕਰਵਾ ਰਿਹਾ ਹੈ, ਔਰ ਵਾਕਈ ਕਰਵਾ ਰਿਹਾ। ਨਹੀਂ ਤੇ ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਸਲਾਹ ਕਰਦਾ ਮੈਂ ਸਵੇਰੇ ਪੱਛਮ ਵਾਲੇ ਪਾਸੇ ਜਾਵਾਂਗਾ, ਪਰਮਾਤਮਾ ਐਸੀ ਬਿੱਧ ਬਣਾਉਂਦਾ ਕਿ ਸਾਨੂੰ ਪੂਰਬ ਵਾਲੇ ਪਾਸੇ ਜਾਣਾ ਪੈ ਜਾਂਦਾ। ਫਿਰ ਸਾਡੀ ਤਾਂ ਮਰਜ਼ੀ ਚੱਲੀ ਨਾ, ਸਾਡੀ ਨਹੀਂ ਮਰਜ਼ੀ ਚੱਲਣੀ, ਮਰਜ਼ੀ ਉਸੇ ਦੀ ਚੱਲਣੀ ਹੈ। ਇਸੇ ਲਈ ਕਹਿੰਦੇ ਉਹਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ। ਹੁਕਮ ਰਜ਼ਾਈ ਚੱਲਣਾ, ਪਰਮਾਤਮਾ ਦੇ ਹੁਕਮ 'ਚ ਰਹਿਣਾ ਚਾਹੀਦਾ ਹੈ। ਸਾਨੂੰ ਪਤਾ ਨਹੀਂ ਉਹਦਾ ਕੀ ਹੁਕਮ ਹੈ, ਕਿਉਂ ਨਾ ਅਸੀਂ ਉਹਨੂੰ ਵੇਖਿਆ, ਨਾ ਸਾਡੇ ਨਾਲ ਗੱਲਾਂ ਕਰਦਾ। ਪਰਮਾਤਮਾ ਵਿਸ਼ੇਸ਼ ਵਿਸ਼ੇਸ਼ ਬੰਦਿਆਂ ਨਾਲ ਗੱਲਬਾਤ ਕਰਦਾ ਹੈ। ਉਹਨਾਂ ਬੰਦਿਆਂ ਨੂੰ ਪਰਮਾਤਮਾ ਇਸ ਸੰਸਾਰ 'ਚ ਗੁਰੂ ਬਣਾ ਕੇ ਭੇਜਦਾ ਹੈ, ਪੈਗੰਬਰ ਬਣਾ ਕੇ ਭੇਜਦਾ ਹੈ, ਅਵਤਾਰ ਬਣਾ ਕੇ ਭੇਜਦਾ ਹੈ। ਉਸ ਨੂੰ ਆਪਣੇ ਬਾਰੇ ਪੂਰਾ ਦੱਸਦਾ ਹੈ। ਫਿਰ ਉਹਨੂੰ ਕਹਿੰਦਾ ਜਾ ਮੇਰਾ ਸੁਨੇਹਾ ਜਾ ਕੇ ਸੰਸਾਰ ਨੂੰ ਦੇ। ਸਾਡੇ 10 ਗੁਰੂਆਂ ਨੇ ਪਰਮਾਤਮਾ ਦਾ ਸੁਨੇਹਾ ਸਾਨੂੰ ਦਿੱਤਾ। ਸਾਡੇ ਗੁਰੂਆਂ ਨੇ ਬੜੀ ਸਾਡੇ 'ਤੇ ਕਿਰਪਾ ਕੀਤੀ, ਜਿਹੜਾ ਮੂੰਹ ਜ਼ਬਾਨੀ ਸੁਨੇਹਾ ਸਾਨੂੰ ਦਿੱਤਾ ਉਹਨਾਂ ਲਿਖਤ ਰੂਪ 'ਚ ਲੈਂਦਾ। ਉਹ ਪਰਮਾਤਮਾ ਦਾ ਸੁਨੇਹਾ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਇਹ ਪਰਮਾਤਮਾ ਦਾ ਹੁਕਮ ਹੈ। ਹੁਕਮ ਮੰਨਾਂਗੇ ਸੁਖੀ ਰਹਾਂਗੇ, ਨਹੀਂ ਹੁਕਮ ਮੰਨਾਂਗੇ ਤਾਂ ਫਿਰ ਸਜ਼ਾ ਤਾਂ ਮਿਲਣੀ ਹੀ ਮਿਲਣੀ। ਤੁਸੀਂ ਸਰਕਾਰ ਦਾ ਹੁਕਮ ਨਹੀਂ ਮੰਨੋਗੇ ਤੁਹਾਨੂੰ ਸਜ਼ਾ ਦੇਗਾ। ਮਾਂ ਪਿਓ ਦੇ ਨਹੀਂ ਹੁਕਮ ਮੰਨੋਗੇ ਉਹ ਵੀ 2-4 ਰਖੜੇ ਲਾ ਦੇਣਗੇ। ਟੀਚਰ ਦਾ ਨਹੀਂ ਹੁਕਮ ਮੰਨੋਗੇ ਉਹ ਵੀ ਸਜ਼ਾ ਦੇਵੇਗਾ। ਜਿਸ ਅਫਸਰ ਦੇ ਅੰਡਰ ਤੁਸੀਂ ਕੰਮ ਕਰੋ ਉਹਦਾ ਹੁਕਮ ਨਹੀਂ ਮੰਨੋਗੇ ਉਹ ਵੀ ਤੁਹਾਡੇ ਅੰਡਰ ਰਾਜ ਹੋਏਗਾ। ਹੁਕਮ ਨਹੀਂ ਮੰਨਾਂਗੇ ਸਜ਼ਾ ਮਿਲਣੀ ਹੀ ਮਿਲਣੀ ਹੈ। ਇਸ ਕਰਕੇ ਜਿਵੇਂ ਗੁਰਬਾਣੀ ਕਹਿੰਦੀ ਹੈ ਸਾਡਾ ਫਰਜ਼ ਬਣਦਾ ਸੀ ਉਵੇਂ ਕਰੀਏ, ਫਿਰ ਸਾਡੀ ਆਤਮਿਕ ਤਰੱਕੀ ਹੋਣੀ ਸ਼ੁਰੂ ਹੋ ਜਾਏਗੀ। ਅੱਜ ਕੁਝ ਕੱਲ੍ਹ ਕੁਝ, ਹੌਲੀ 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 ਅਸੀਂ ਆਤਮਿਕ ਤਰੱਕੀ ਕਰਦੇ ਜਾਵਾਂਗੇ ਅਤੇ ਇੱਕ ਦਿਨ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮੇਰਾ ਪ੍ਰਭ ਲਾਏ ਤਾਂ ਕੋ ਲਾਗੈ, ਕੋ ਮੈਨੇ ਕੋਈ। ਮੇਰਾ ਪਰਮਾਤਮਾ ਕਿਸੇ ਨੂੰ ਭਜਨ ਬੰਦਗੀ ਦੇ ਲਾਂਦਾ ਤਾਂ ਕੋਈ ਭਜਨ ਬੰਦਗੀ ਕਰਨ ਲੱਗਦਾ ਹੈ। ਹਉਮੈ ਮਾਰੇ
ਸ਼ਬਦੇ ਜਾਗੈ। ਸ਼ਬਦ ਪਰਮਾਤਮਾ ਦੇ ਨਾਮ ਨੂੰ ਕਹਿੰਦੇ ਨੇ, ਬਾਣੀ ਨੂੰ ਕਹਿੰਦੇ ਨੇ। ਬਾਣੀ ਜਿਹੜੀ ਹੈ ਸਾਨੂੰ ਇਹ ਜਾਗਰਤ ਕਰਦੀ ਹੈ। ਇਹ ਮਨੁੱਖ ਸੁੱਤਾ ਹੋਇਆ ਹੈ, ਦੇਖਣ ਨੂੰ ਅਸੀਂ ਜਾਗਦੇ ਹਾਂ, ਧਰਮ ਅਨੁਸਾਰ ਅਸੀਂ ਸੁੱਤੇ ਹੋਏ ਹਾਂ। ਜਿਹੜੇ ਲੋਕ ਭਜਨ ਬੰਦਗੀ ਨਹੀਂ ਕਰਦੇ ਧਰਮ ਅਨੁਸਾਰ ਉਹ ਸੁੱਤੇ ਹੋਏ ਹਨ। ਜਿਹੜੇ ਭਜਨ ਬੰਦਗੀ ਕਰਦੇ ਨੇ ਧਰਮ ਅਨੁਸਾਰ ਉਹ ਜਾਗਦੇ ਹਨ। ਅਸੀਂ ਕਿਉਂ ਜਾਗੇ? ਅਸੀਂ ਕਿਸੇ ਨਾ ਕਿਸੇ ਦੀ ਸੰਗਤ ਕੀਤੀ, ਕਿਸੇ ਮਹਾਪੁਰਸ਼ ਦੀ ਜਾਂ ਗੁਰੂ ਮਹਾਰਾਜ। ਉਹਨਾਂ ਸਾਨੂੰ ਵਾਰੀ ਵਾਰੀ ਕਿਹਾ, ਭਾਈ ਮਨੁੱਖਾ ਜੀਵਨ ਮਿਲਿਆ, ਇਹ ਨਾਮ ਜਪਣ ਲਈ ਮਿਲਿਆ ਹੈ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਆ ਜਿਹੜੇ ਗੁਰਬਾਣੀ ਦੇ ਵਿਰੁੱਧ ਤੂੰ ਕਰਮ ਕਰ ਰਿਹਾ, ਇਹ ਕਿਸੇ ਲੇਖੇ ਨਹੀਂ ਹੈਗੇ। ਇਸ ਲਈ ਤੂੰ ਨਾਮ ਜਪ, ਬਾਣੀ ਪੜ੍ਹ, ਸਤ ਸੰਗਤ ਕਰ। ਇਹ ਹੈ ਜਾਗਣਾ। ਸ਼ਬਦ ਦੇ ਰਾਹੀਂ ਮਨੁੱਖ ਜਾਗ ਪੈਂਦਾ ਹੈ। ਫਿਰ ਕੀ ਹੁੰਦਾ? ਹਉਮੈ ਮਾਰੇ, ਆਪਣੇ ਅੰਦਰ ਹਉਮੈ ਨੂੰ ਖਤਮ ਕਰ ਲੈਂਦਾ। ਕਿ ਉਹਨੂੰ ਗਿਆਨ ਹੋ ਜਾਂਦਾ ਹੈ ਕਿ ਮੇਰੇ ਕੋਲ ਜੋ ਕੁਛ ਵੀ ਹੈ ਇਹ ਪਰਮਾਤਮਾ ਦਾ ਦਿੱਤਾ ਹੋਇਆ ਹੈ। ਲੱਗਦਾ ਸਾਨੂੰ ਇਹ ਕਿ ਮੈਂ ਆਪ ਕਮਾ ਕੇ ਕੀਤਾ। ਤੁਸੀਂ ਘਰ ਪਾਇਆ, ਮੈਂ ਘਰ ਪਾਇਆ। ਐਂ ਲੱਗਦਾ ਵੀ ਹਾਂ ਮੇਰੇ ਕੋਲ 60,000 ਨਗਦ ਸੀ ਅਤੇ ਮਿਸਿਜ਼ ਨੇ ਲੋਨ ਲਿਆ। ਉਹ ਜ਼ਮਾਨੇ 'ਚ 1,20,000 ਸਾਡੇ ਕੋਲ ਸੀ। 60,000 ਦੇ ਵਿੱਚ ਸਾਰੇ ਘਰ ਦਾ ਲੈਂਟਰ ਪੈ ਗਿਆ ਉਸ ਜ਼ਮਾਨੇ 'ਚ। ਮੈਂ ਮਿਸਤਰੀ ਨੂੰ ਪੁੱਛਿਆ ਵੀ ਹੋਰ ਕਿਤਨੇ ਲੱਗੇ? 2 ਗੁਣਾ ਕਹਿੰਦੇ ਹੋਰ ਲੱਗੇਗਾ ਜੀ, 1,20,000 ਹੋਰ ਲੱਗੇਗਾ। ਚਲੋ 1,20,000 ਸਾਡੇ ਕੋਲ ਹੈ ਸੀ ਟੋਟਲ, ਬਾਕੀ ਉਹਨਾਂ ਕਿਹਾ ਟੋਟਲ ਲੱਗਣਾ 1,80,000। ਹੌਲੀ ਹੌਲੀ ਅਸੀਂ ਘਰ ਇਹ ਪੂਰਾ ਕਰਨਾ। ਲੱਗਦਾ ਇਹੀ ਹੈ ਕਿ ਅਸੀਂ ਇੰਨੀ ਮਿਹਨਤ ਕੀਤੀ, ਅਸੀਂ ਪੈਸੇ ਬਚਾਏ, ਅਸੀਂ ਲੋਨ ਲਿਆ, ਅਸੀਂ ਘਰ ਪਾਇਆ। ਪਰਮਾਤਮਾ ਕਹਿੰਦਾ ਨਹੀਂ, ਮੈਂ ਤੁਹਾਡਾ ਘਰ ਤੁਹਾਡੇ ਰਾਹੀਂ ਪਾਇਆ ਮੈਂ ਹੀ ਹਾਂ, ਸਾਧਨ ਤੁਹਾਨੂੰ ਬਣਾਇਆ ਹੋਇਆ ਹੈ। ਅਸੀਂ ਕਰਤਾ ਨਹੀਂ ਹਾਂ, ਅਸੀਂ ਸਾਧਨ ਹਾਂ। ਸਾਧਨ ਕਦੇ ਜਿਹੜਾ ਹਉਮੈ ਨਹੀਂ ਕਰ ਸਕਦਾ, ਕਰਤਾ ਕਰ ਸਕਦਾ ਹੈ। ਬੱਚਿਆਂ ਨੂੰ ਅਸੀਂ ਟ੍ਰਾਂਸਲੇਸ਼ਨ ਸਿਖਾਉਣੀ। ਮੋਹਨ ਕਿਲਡੇ ਸਨੇਕ ਵਿਦ ਸਟਿਕ, ਮੋਹਨ ਨੇ ਸੋਟੀ ਨਾਲ ਸੱਪ ਮਾਰਿਆ। ਸੱਪ ਕਿਸ ਨੇ ਮਾਰਿਆ? ਮੋਹਨ ਨੇ। ਸਾਧਨ ਕੀ ਵਰਤਿਆ? ਸੋਟੀ। ਸੋਟੀ ਕਹਿੰਦੀ ਮੈਂ ਮਾਰਿਆ, ਬਸ ਆਹੀ ਹੈ। ਇੱਥੇ ਹੀ ਰੌਲਾ। ਸੋਟੀ ਕਹਿੰਦੀ ਮੈਂ ਮਾਰਿਆ, ਮੋਹਨ ਕਹਿੰਦਾ ਨਹੀਂ ਮੈਂ ਮਾਰਿਆ, ਤੇਰੀ ਮਦਦ ਤੈਨੂੰ ਮੈਂ ਵਰਤਿਆ ਹੈ। ਤੂੰ ਸਾਧਨ ਹੈ, ਤੂੰ ਕਰਤਾ ਨਹੀਂ ਹੋ। ਪਰਮਾਤਮਾ ਕਹਿੰਦੇ ਤੁਸੀਂ ਕਰਤਾ ਨਹੀਂ ਹੋ, ਤੁਸੀਂ ਸਾਧਨ ਹੋ। ਪਰ ਤੁਸੀਂ ਆਪ ਨੂੰ ਕਰਤਾ ਮੰਨ ਬੈਠੇ ਹੋ। ਮੇਰਾ ਮੁਕਾਬਲਾ ਕਰਦੇ, ਮੇਰੇ ਬਰਾਬਰ ਦੇ ਹੋ ਗਏ ਹੋ। ਉਹ ਕਹਿੰਦਾ ਤੁਹਾਡੀ ਮੇਰੀ ਨਹੀਂ ਨਿਭਣੀ, ਕਿਉਂਕਿ ਤੁਸੀਂ ਕਰਤਾ ਮੈਂ ਹਾਂ, ਤੁਸੀਂ ਸਿਰਫ ਸਾਧਨ ਹੋ। ਸਾਧਨ ਨੂੰ ਭੁਲੇਖਾ ਪੈ ਗਿਆ ਮੈਂ ਕਰਤਾ ਹਾਂ। ਸੋ ਧਰਮ ਸਾਡੇ ਅੰਦਰੋਂ ਇਹ ਹਉਮੈ ਕੱਢਦਾ ਹੈ। ਇੱਕ ਬੱਚਾ ਹੁਸ਼ਿਆਰ ਹੈ, ਹੁਣ ਦਿਮਾਗ ਤੇ ਪਰਮਾਤਮਾ ਨੇ ਦਿੱਤਾ ਹੈ। ਇੱਥੇ ਅਸੀਂ ਮਿਹਨਤ ਤੇ ਕਰ ਸਕਦੇ, ਦਿਮਾਗ ਤੇ ਜਿੰਨਾ ਪਰਮਾਤਮਾ ਨੇ ਉਹ ਨਹੀਂ ਹੈ। ਕਿਸੇ ਨੂੰ ਵੱਧ ਦਿੱਤਾ, ਕਿਸੇ ਨੂੰ ਘੱਟ ਦਿੱਤਾ। ਮੈਂ ਬੜੀ ਮਿਹਨਤ ਕੀਤੀ ਜੀ, ਕਹਿੰਦਾ ਪਰਮਾਤਮਾ ਕਹਿੰਦਾ ਤੂੰ ਨਹੀਂ ਮਿਹਨਤ ਕੀਤੀ, ਮੈਂ ਤੇਰੇ ਤੋਂ ਕਰਵਾਈ ਹੈ। ਤੂੰ ਕਦਾ ਹੰਕਾਰ ਕਰਦਾ? ਜੇ ਮੈਂ ਤੇਰੇ 'ਚ ਮਿਹਨਤ ਦਾ ਗੁਣ ਹੀ ਨਾ ਪੈਦਾ ਕਰਦਾ, ਫਿਰ ਤੂੰ ਕਿਵੇਂ ਕਰ ਲੈਂਦਾ ਬਈ? ਮੰਨ ਲਓ ਪਰਮਾਤਮਾ ਮੇਰੇ 'ਚ ਕਥਾ ਵਾਰਤਾ ਦਾ ਗੁਣ ਹੀ ਨਾ ਪੈਦਾ ਕਰਦਾ, ਮੈਂ ਕਿਵੇਂ ਕਥਾ ਵਾਰਤਾ ਕਰ ਲੈਂਦਾ ਬਈ?
ਪਾਠੀ ਸਭ ਤੋਂ ਵੱਧ ਹੁੰਦੇ ਨੇ, ਕੀਰਤਨੀ ਉਦੋਂ ਘੱਟ ਹੁੰਦੇ ਨੇ, ਕਥਾਕਾਰ ਉਦੋਂ ਘੱਟ ਹੁੰਦੇ ਨੇ। ਐਡੇ ਵੱਡਾ ਦੁੱਖ ਨਾਲ ਵੱਧ ਤੋਂ ਵੱਧ ਇੱਕ ਜਾਂ ਦੋ ਕਥਾਕਾਰ ਹੋਣਗੇ, ਕੀਰਤਨੀਏ ਕਈ ਹੋਣਗੇ, ਪਾਠੀ ਉਦੋਂ ਵੀ ਵੱਧ ਹੋਣਗੇ। ਜੇ ਕਥਾਕਾਰ ਕੋਈ ਆਪ ਬਣ ਸਕਦਾ ਹੁੰਦਾ ਫਿਰ ਆਖਦਾ ਆਪਾਂ ਕਥਾਕਾਰ ਹੀ ਬਣ ਜਾਓ ਯਾਰ, ਟੌਰ ਰਹਿ ਗਏ। ਨਹੀਂ, ਜਿਸ ਨੂੰ ਉਸਨੇ ਬਣਾਉਣਾ ਹੈ ਉਸਨੂੰ ਹੀ ਬਣਾਉਣਾ। ਐਡੀ ਸਾਡੀ ਵੱਡੀ ਸੰਗਤ ਹੈ, ਮੈਨੂੰ ਆਪਣੇ ਤੋਂ ਬਾਅਦ ਇੱਕੋ ਹੀ ਰਘਬੀਰ ਸਿੰਘ ਜੀ ਮਿਲੇ, ਤੀਜਾ ਜੇ ਮਿਲੇ ਹੀ ਨਹੀਂ ਹੈਗਾ। ਵੀ ਬਾਈ ਚਾਂਸ ਮੈਂ ਵੀ ਕਿਤੇ ਟੂਰ 'ਤੇ ਚਲੇ ਜਾ, ਰਘਬੀਰ ਸਿੰਘ ਵੀ ਟੂਰ 'ਤੇ ਚਲੇ ਗਏ ਜਾਏ ਤਾਂ ਉਹਦੇ ਮਗਰੋਂ ਕਥਾ ਕੌਣ ਕਰੇਗਾ? ਤੀਜਾ ਬੰਦਾ ਹੀ ਨਹੀਂ ਮਿਲ ਰਿਹਾ। ਨਹੀਂ ਮਿਲ, ਉਹ ਜਿਹਨੂੰ ਉਹਨੇ ਬਣਾਉਣਾ ਉਹਨੂੰ ਹੀ ਬਣਾਉਣਾ। ਤੁਸੀਂ ਹੈਰਾਨ ਹੋ ਗਏ, ਨਾ ਮੈਂ ਕਿਤੋਂ ਸੰਥਿਆ ਲਈ ਹੈ, ਚਲੇ ਇਹਨਾਂ ਤਾਂ ਮੇਰੇ ਤੋਂ ਸੰਥਿਆ ਲਈ। ਕਥਾ ਵਾਰਤਾ ਦਾ ਗੁਣ ਨਾ ਮੈਂ ਕਿਤੋਂ ਸਿੱਖਿਆ ਨਾ ਇਹਨਾਂ ਨੇ ਸਿੱਖਿਆ, ਕੁਦਰਤੀ ਹੈ, ਕੁਦਰਤੀ ਹੈ। ਮੈਂ ਕਿਸੇ ਡੇਰੇ 'ਤੇ ਨਹੀਂ ਰਿਹਾ, ਮੈਂ ਕਿਸੇ ਸਾਧ ਕੋਲੇ ਨਹੀਂ ਰਿਹਾ, ਮੈਂ ਕਿਸੇ ਤੋਂ ਪਾਠ ਨਹੀਂ ਸਿੱਖਿਆ। ਮੈਂ ਤਾਂ ਸਿੱਖਣ ਗਿਆ ਸੀ ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਟਕਸਾਲ ਵਾਲਾ ਤੋਂ। ਜਿਹੜਾ ਮੈਨੂੰ ਪਾਠ ਸਿਖਾਉਣ ਵਾਲਾ ਸੀ ਉਹ ਤੀਜੇ ਦਿਨ ਮੈਨੂੰ ਮਹਾਂਪੁਰਖਾਂ ਕੋਲੇ ਲੈ ਗਏ। ਕਹਿੰਦਾ ਮਹਾਰਾਜ ਜੀ ਇਹਨਾਂ ਨੂੰ ਤਾਂ ਪਹਿਲਾਂ ਹੀ ਪਾਠ ਆਉਂਦਾ, ਇਹਨਾਂ ਨੂੰ ਤਾਂ ਪਹਿਲਾਂ ਹੀ ਪਾਠ ਹੁੰਦਾ, ਇਹਨਾਂ ਨੂੰ ਤਾਂ ਗੁਰਬਾਣੀ ਦੇ ਅਰਥ ਆਉਂਦੇ ਨੇ, ਇਹਨਾਂ ਨੂੰ ਅਸੀਂ ਕੀ ਸਿਖਾਉਣਾ? ਮਹਾਂਪੁਰਖ ਕਹਿੰਦੇ ਭਾਈ ਤੂੰ ਫਿਰ ਜਾ ਸਕਦੇ ਹੋ, ਤੈਨੂੰ ਆਉਂਦਾ। ਮੈਂ ਜੀ ਮੈਂ ਤਾਂ ਇਸ ਲਈ ਆਇਆ, ਮੈਂ ਸੰਤਾਂ ਮਹਾਤਮਾ ਸੁਣਦਾ ਰਹਿਣਾ ਕਿ ਸਾਨੂੰ ਸੰਥਿਆ ਲੈਣੀ ਚਾਹੀਦੀ ਹੈ, ਮੈਂ ਤਾਂ ਆਇਆ ਸੀ। ਕਹਿੰਦੇ ਨਹੀਂ ਭਾਈ, ਜਿਸ ਬੰਦੇ ਨੂੰ ਬਾਣੀ ਦੇ ਅਰਥ ਆਉਂਦੇ ਨੇ ਉਹਨੂੰ ਸੰਥਿਆ ਕਿਵੇਂ ਨਹੀਂ ਆਏਗਾ? ਉਹ ਤਾਂ ਪਾਠ ਸ਼ੁੱਧ ਹੀ, ਤੇ ਜੋ ਅਰਥ ਹੀ ਆਉਂਦੇ ਨੇ। ਮੈਂ ਨਹੀਂ ਜੀ ਫੇਰ ਵੀ ਚਲੋ ਸੁਣ ਲਓ, ਵਿੱਚੋਂ ਵਿੱਚੋਂ ਸੁਣ ਲਓ। ਉਹ ਕਹਿੰਦਾ ਸੰਸਕ੍ਰਿਤ ਦੇ ਸ਼ਲੋਕ ਸੁਣਾ, ਉਹ ਮੈਂ ਸੁਣਾ। ਤੇ ਮਹਾਂਪੁਰਖਾਂ ਤੁਸੀਂ ਸੰਸਕ੍ਰਿਤ ਪੜ੍ਹੀ ਹੈ? ਮੈਂ ਹਾਂ ਜੀ ਮੈਂ 10ਵੀਂ ਤੱਕ ਸੰਸਕ੍ਰਿਤ ਪੜ੍ਹੀ ਹੈ। ਕਹਿੰਦਾ ਜਾ ਭਰਾਵਾ ਤੈਨੂੰ ਕੋਈ ਲੋੜ ਨਹੀਂ, ਤੈਨੂੰ ਆਉਂਦਾ ਪੜ੍ਹ ਜਾ। ਇਹ ਕੁਦਰਤੀ ਦੇਣ ਹੈ ਨਾ, ਕੁਦਰਤੀ ਦੇਣ ਹੈ। ਦਾਤੇ ਦੀ ਕਿਰਪਾ ਨਾਲ ਮੈਂ ਜਿਹੜਾ ਗਿਆਨੀ ਕੀਤੀ, BA ਤੱਕ ਮੇਰੇ ਕੋਲ ਪੰਜਾਬੀ ਸੀ, ਪੰਜਾਬੀ ਆ ਗਈ। ਮੈਂ ਹਿੰਦੀ ਕੀਤੀ, ਅੱਗੋਂ ਜਿਹੜੇ ਮਿਸਿਸ MA ਹਿੰਦੀ ਮੈਨੂੰ ਟੱਕਰ ਗਏ, ਹਿੰਦੀ ਆ ਗਈ। 10ਵੀਂ ਤੱਕ ਮੈਂ ਸੰਸਕ੍ਰਿਤ ਪੜ੍ਹੀ ਸੀ, ਫਾਰਸੀ ਅਤੇ ਅਰਬੀ ਦੀ ਮੈਨੂੰ ਡਿਕਸ਼ਨਰੀ ਮਿਲ ਗਈ। ਆਹੀ 4 ਭਾਸ਼ਾਵਾਂ ਇਹਦੇ ਵਿੱਚ ਹੈਗੀਆਂ। 80% ਹਿੰਦੀ ਹੈ, 10% ਪੰਜਾਬੀ ਹੈ ਗੁਰੂ ਗ੍ਰੰਥ 'ਚ, ਬਾਕੀ 2-4 ਭਾਸ਼ਾਵਾਂ ਉਹ ਨੇ। ਜਦੋਂ ਮੈਂ ਇਹ ਕਿਤਾਬ ਲਿਖੀ, ਸਾਰੀ ਡਿਕਸ਼ਨਰੀ ਖੋਲ੍ਹ ਕੇ ਰੱਖ ਲਈ ਵੀ ਇਹ ਸ਼ਬਦ ਜਿਹੜਾ ਹੈ ਇਹ ਕਿਸ ਭਾਸ਼ਾ ਦਾ, ਇਹਦਾ ਕੀ ਅਰਥ ਹੈ। ਤਾਂ ਮੈਨੂੰ ਘੰਟਿਆਂ ਮੈਂ 10 ਘੰਟੇ ਲੱਗਾ ਜਦੋਂ ਮੈਂ ਕਿਤਾਬ ਲਿਖਦਾ ਸੀ। ਹੁਣ ਮੈਂ ਹੈਰਾਨ ਹੁੰਦਾ ਕਿ ਦਾਤੇ ਨੇ ਇੰਨੀ ਮਿਹਨਤ ਮੇਰੇ ਤੋਂ ਬੁਢਾਪੇ 'ਚ ਕਿਵੇਂ ਕਰਵਾ ਲਈ। ਜਦੋਂ ਕੋਈ ਆਉਂਦਾ ਸੀ ਮੈਂ ਕਿਤਾਬ ਲਿਖ ਰਿਹਾ ਹੁੰਦਾ ਸੀ, ਜਦੋਂ ਕੋਈ ਮੈਂ ਇਹੀ ਕੰਮ ਕਰ ਰਿਹਾ ਹੁੰਦਾ ਸੀ। 2 ਸਾਲ ਮੈਨੂੰ ਲੱਗ ਗਏ। 28 ਸਾਲ ਦੇ ਤਜਰਬੇ ਤੋਂ ਬਾਅਦ ਫਿਰ ਮੈਂ ਕਿਤਾਬ ਲਿਖੀ। ਉਹਨੇ ਲਿਖਵਾਈ, ਉਹਨੇ ਯੋਗਤਾ ਪੈਦਾ ਕੀਤੀ, ਉਹਨੇ ਬੁਢਾਪੇ 'ਚ ਸਮਰੱਥਾ ਦਿੱਤੀ, ਉਹਨੇ ਅੰਦਰ ਉਤਸ਼ਾਹ ਦਿੱਤਾ, ਛਪਾਉਣ ਲਈ ਮਾਇਆ ਦਿੱਤੀ। ਇੰਗਲੈਂਡ ਦੇ ਇੱਕ ਬੰਦੇ ਨੂੰ ਪਤਾ ਲੱਗਾ ਵੀ ਕਿਤਾਬ ਛਪਾਉਣੀ ਬਾਬਾ ਜੀ ਨੇ, 2 ਲੱਖ ਰੁਪਏ ਉਹਨੇ ਭੇਜਿਆ ਜੀ। ਕਿਤਾਬ 'ਤੇ 3 ਲੱਖ ਰੁਪਈਆ ਖਰਚਾ, 300 ਰੁਪਏ ਦੀ ਇਕੱਲੀ ਕਿਤਾਬ ਹੈ ਜੀ। ਲਾਗਤ ਹੈ, ਜਿਹਨੂੰ ਮਾਰਕੀਟ ਵੇਚਣਾ ਘੱਟ ਤੋਂ 500-600 ਰੁਪਏ ਉੱਤੇ ਮੁੱਲ ਲਿਖਿਆ ਹੁੰਦਾ। ਲੱਖ ਰੁਪਏ ਅਸੀਂ ਗੁਰਦੁਆਰੇ ਵੱਲੋਂ ਪਾ ਕੇ ਫਿਰ ਜਿਹੜਾ ਸੰਗਤ ਨੂੰ ਕਿਹਾ ਭਾਈ ਤੁਸੀਂ ਅਸੀਂ ਤੁਹਾਨੂੰ 300 ਦੀ ਕਿਤਾਬ 100 ਰੁਪਏ 'ਚ ਦਿੰਦੇ, ਪੜ੍ਹੋ, ਇਹਦਾ ਫਾਇਦਾ ਉਠਾਓ, ਸਾਰੀ ਉਮਰ ਇਹਨੂੰ ਕੋਲ ਰੱਖੋ। ਕਿਤੇ ਵੀ ਪੜ੍ਹਦਿਆਂ ਡਾਊਟ ਹੋਵੇ ਕਿਤਾਬ ਖੋਲ੍ਹੋ, ਆਪਣੀ ਤਸੱਲੀ ਕਰ ਲਓ। ਇਹ ਸਭ ਉਸਨੇ ਕਰਵਾਇਆ ਹੈ, ਇਸ ਗੱਲ ਦਾ ਮੈਨੂੰ ਗਿਆਨ ਹੈ। ਮੇਰੇ ਅੰਦਰ ਕੋਈ ਹਉਮੈ ਨਹੀਂ ਹੈ ਮੈਂ ਐਡੀ ਵੱਡੀ ਕਿਤਾਬ ਲਿਖੀ ਹੋਈ ਹੈ। ਮੇਰੇ ਤਾਂ ਚੇਤਾ ਵੀ ਨਹੀਂ ਸੀ ਵੀ ਐਡੀ ਵੱਡੀ ਕਿਤਾਬ ਵੀ ਮੈਂ ਲਿਖ ਲਵਾਂਗਾ। ਮੇਰਾ 700 ਸਫ਼ੇ ਦੀ ਹੋਣੀ ਹੈ।
ਬੜੀ ਮਿਹਨਤ ਦਾਤੇ ਨੇ ਕਰਵਾਈ, ਇਹ ਚੀਜ਼ ਤੁਹਾਡੇ ਹੱਥਾਂ 'ਚ ਆਈ ਹੈ। ਸੋ ਇਸ ਲਈ ਬਾਣੀ ਕਹਿੰਦੇ ਕਿਸੇ ਪ੍ਰਕਾਰ ਦੀ ਹਉਮੈ ਨਹੀਂ ਕਰਨੀ। ਜੋ ਵੀ ਤੁਹਾਡੇ ਵਿੱਚ ਗੁਣ ਹੈ ਇਹ ਪਰਮਾਤਮਾ ਦਾ ਦਿੱਤਾ ਹੋਇਆ ਹੈ। ਉਹ ਕਦੇ ਵੀ ਇਹ ਗੁਣ ਤੁਹਾਡੇ ਤੋਂ ਵਾਪਸ ਲੈ ਸਕਦਾ। ਫਿਰ ਕੀ ਕਰੋਗੇ? ਫਿਰ ਕੀ ਕਰੋਗੇ? ਬੁੱਲੇ ਸ਼ਾਹ ਦਾ ਗੁਰੂ ਸੀ ਅਨਾਇਤ ਸ਼ਾਹ। ਬੁੱਲੇ ਸ਼ਾਹ ਸੈਯਦ ਸੀ। ਜਿਵੇਂ ਆਪਣੇ ਜੀ ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉੱਚਾ ਗਿਣਦੇ ਨਾ, ਮੁਸਲਮਾਨ ਸੈਯਦ ਨੂੰ ਆਪਣਾ ਉੱਚਾ ਕਹਿੰਦੇ ਇਹ ਮੁਹੰਮਦ ਸਾਹਿਬ ਦੀ ਕੁਲ ਵਿੱਚੋਂ ਹੈ। ਜਿਵੇਂ ਬੇਦੀ ਨੇ ਗੁਰੂ ਨਾਨਕ ਦੇਵ ਕੁਲ 'ਚ ਨੇ, ਸੋਢੀ ਨੇ ਚੌਥੇ ਪਾਤਸ਼ਾਹ ਦੀ ਕੁਲ 'ਚ ਨੇ, ਭੱਲੇ ਨੇ ਤੀਸਰੇ ਪਾਤਸ਼ਾਹ ਦੀ ਕੁਲ ਵਿੱਚ ਨੇ, ਤ੍ਰਿਹਣ ਨੇ ਦੂਸਰੇ ਪਾਤਸ਼ਾਹ ਦੀ ਕੁਲ ਵਿੱਚੋਂ ਹਨ। ਹਾਲੇ ਹੁੰਦਾ ਵੀ ਹਾਂ ਸਾਡੇ ਵੱਡੇ ਵਡੇਰੇ ਗੁਰੂ ਰਹੇ ਨੇ, ਹੁੰਦੇ ਆ ਚਲੋ ਮਾਣ। ਗੁਰੂ ਕੋਲ ਰਹਿ ਕੇ ਅਨਾਇਤ ਸ਼ਾਹ ਸੀ ਅਰਾਈ, ਔਰ ਜਿਹੜੇ ਸਬਜ਼ੀਆਂ ਸੁਬਜ਼ੀਆਂ ਬੀਜਦੇ ਨੇ। ਬੁੱਲੇ ਸ਼ਾਹ ਸੈਯਦ ਹੈ, ਗੁਰੂ ਕੋਲੇ ਰਹਿ ਕੇ ਗਿਆਨ ਪ੍ਰਾਪਤ ਕੀਤਾ ਹੈ। ਜਦੋਂ ਗੁਰੂ ਨੇ ਦੇਖਿਆ ਵੀ ਇਹਨੂੰ ਗਿਆਨ ਪ੍ਰਾਪਤ ਹੋ ਗਿਆ, ਕਹਿੰਦਾ ਬੁੱਲਿਆ ਹੁਣ ਤੂੰ ਆਪਣਾ ਕੋਈ ਡੇਰਾ ਵਸਾ ਲੈ। ਬੁੱਲੇ ਨੇ ਆਪਣਾ ਡੇਰਾ ਵਸਾ ਲਿਆ। ਹੌਲੀ ਹੌਲੀ ਬੁੱਲੇ ਦੀ ਬਹੁਤ ਮਹਾਨਤਾ ਹੋ ਗਈ, ਬੜੀ ਸੰਗਤ ਜੁੜਨ ਲੱਗ ਪਈ ਹੈ। ਇੱਕ ਦਿਨ ਬੁੱਲੇ ਦੇ ਅੱਗੇ ਸੰਗਤ ਜੁੜੀ ਹੋਈ ਹੈ। ਬੁੱਲਾ ਬੈਠਾ, ਬਾਹਰਲਾ ਦਰਵਾਜ਼ਾ ਖੁੱਲ੍ਹਾ, ਅਨਾਇਤ ਸ਼ਾਹ ਉੱਥੋਂ ਲੰਘ ਰਿਹਾ ਬੁੱਲੇ ਦਾ ਗੁਰੂ। ਉਹਨੇ ਕਿਹਾ ਚੱਲ ਬੁੱਲੇ ਨੂੰ ਮੇਲ ਹੀ ਚੱਲੀਏ। ਜਦੋਂ ਅਨਾਇਤ ਸ਼ਾਹ ਅੰਦਰ ਨੂੰ ਮੁੜਿਆ, ਬੁੱਲੇ ਨੇ ਕਿਹਾ ਲੈ ਵੀ ਹੁਣ ਮੈਨੂੰ ਖੜਾ ਹੋਣਾ ਪਏਗਾ, ਤੇ ਮੇਰੇ ਚੇਲੇ ਕਹਿਣਗੇ ਅੱਛਾ ਸਾਡੇ ਗੁਰੂ ਤੋਂ ਕੋਈ ਵੱਡਾ ਹੈ। ਅੱਗੋਂ ਉਹ ਜਾਣੀ ਜਾਣ ਸੀ। ਉਹਨਾਂ ਬੁੱਲੇ ਸ਼ਾਹ ਦੀ ਸਾਰੀ ਸ਼ਕਤੀ ਖਿੱਚ ਲਈ ਤੇ ਚਲੇ ਗਏ। ਬੁੱਲਾ ਖਾਲੀ ਹੋ ਗਿਆ, ਖਾਲੀ ਹੋ ਗਿਆ। ਹੁਣ ਪਛਤਾਉਂਦਾ ਵੀ ਕੱਖ ਰਿਹਾ ਹੀ ਕੋਲ ਕੋਈ ਨਹੀਂ। ਇੱਕ ਹੁੰਦੀ ਆਪਣੀ ਕਮਾਈ, ਤੁਹਾਡੀ ਕਮਾਈ ਨੂੰ ਕੋਈ ਨਹੀਂ ਖੋ ਸਕਦਾ। ਜੇ ਮੇਰੇ ਤੇ ਦੋ ਮਹਾਂਪੁਰਖਾਂ ਦੀ ਬਖਸ਼ਿਸ਼ ਹੈ, ਅਗਰ ਮੇਰੇ ਅੰਦਰ ਹਉਮੈ ਆ ਗਈ ਕਦੇ ਵੀ ਆਪਣੀ ਬਖਸ਼ਿਸ਼ ਵਾਪਸ ਲੈ ਸਕਦੇ ਨੇ। ਮੈਂ ਹੀ ਕਰ ਲਾਂ, ਮੈਂ ਖਾਲੀ ਹੋ ਜਾਵਾਂਗਾ। ਇੱਕ ਨੇ ਮੈਨੂੰ ਵਰ ਦਿੱਤਾ, ਜੈਮਲ ਸਿੰਘ ਮਾਸਟਰ ਜੀ, ਜਿਹੜਾ ਵੀ ਤੁਸੀਂ ਧਾਰਮਿਕ ਕਰਮ ਕਰੋਗੇ ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ, ਪਰ ਸ਼ਰਤ ਸਾਡੀ ਇੱਕ ਹੈ, ਮਾਇਆ ਮੰਗਣੀ ਨਹੀਂ। ਤੁਹਾਡੇ ਕਿੰਨੇ ਬੰਦੇ ਬੈਠੇ ਜਿਹੜੇ ਇਸ ਗੱਲ ਦੇ ਗਵਾਹ ਨੇ। 28 ਸਾਲ ਦੀਵਾਨ ਲੱਗੇ, ਕਦੇ ਕਿਸੇ ਨੂੰ ਕਿਹਾ ਮਾਇਆ ਭੇਜੋ। ਬਾਹਰਲੇ ਗੁਰਦੁਆਰੇ ਤੇ 7 ਕਰੋੜ ਰੁਪਈਆ ਸਾਡਾ ਲੱਗਾ, ਇੱਕ ਵਾਰ ਵੀ ਸੰਗਤ ਨੂੰ ਨਹੀਂ ਕਿਹਾ ਮਾਇਆ ਭੇਜੋ। ਆਪੇ ਹੀ ਸੰਗਤ ਭੇਜੇਗੀ, ਕਿਉਂਕਿ ਉਹਨੇ ਵਰ ਦਿੱਤਾ ਹੋਇਆ ਕਿ ਮਾਇਆ ਦੀ ਕੋਈ ਕਮੀ ਨਹੀਂ ਹੈਗੀ। ਵਾਰ ਹੀ ਹੁੰਦਾ। ਜੇ ਮੈਂ ਕਹਾਂ ਹਾਂ ਜੀ ਇਹ ਮੇਰੇ ਕਾਰਨ ਮਾਇਆ ਆਈ ਹੈ, ਉਹ ਵਾਪਸ ਵਾਪਸ ਹੀ ਲਾਇਓ। ਕਿਹੜਾ ਜੀ ਉਹ ਤਾਂ ਸੂਖੀਆਂ ਨੂੰ ਇੱਥੇ ਹੀ ਨੇ, ਉਹ ਕਿਹੜਾ ਸੰਸਾਰ ਛੱਡ ਕੇ ਨੇ, ਠੀਕ ਹੈ, ਸਰੀਰ ਤਿਆਗ ਦਿੱਤਾ। ਇਸ ਤਰ੍ਹਾਂ ਸੰਤ ਸੀਤਲ ਸਿੰਘ ਨੇ ਮੈਨੂੰ ਵਰ ਦਿੱਤਾ ਕਿ ਤੂੰ ਬਾਣੀ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੇਗਾ, ਲੋਕਾਂ ਦੇ ਦੁੱਖ ਦੂਰ ਕਰੇਗਾ। ਉਹਨਾਂ ਦਾ ਵਰ ਚੱਲ ਰਿਹਾ ਹੈ। ਅਗਰ ਮੈਨੂੰ ਹਉਮੈ ਆ ਜਾਏ ਤਾਂ ਆਪਣਾ ਵਰ ਵਾਪਸ ਲੈ ਸਕਦਾ, ਫਿਰ ਮੇਰੇ ਕੋਲ ਕੱਖ ਵੀ ਨਹੀਂ ਰਹੇਗਾ। ਤੁਸੀਂ ਆਓਗੇ ਮੈਂ ਤੈਨੂੰ ਪਾੜ ਦੇਵਾਂਗਾ, ਤੁਹਾਡਾ ਕਾਰਜ ਰਾਸ ਹੀ ਨਹੀਂ ਹੋਣਾ ਹੈ। ਕਿਉਂ? ਇਹ ਤਾਂ ਉਹ ਮਗਰ ਨਹੀਂ, ਉਹਨਾਂ ਦੀ ਸ਼ਕਤੀ ਵਰਤ ਰਹੀ ਹੈ। ਐ ਸਾਡੇ ਮਗਰ ਪਰਮਾਤਮਾ ਦੀ ਸ਼ਕਤੀ ਵਰਤਦੀ ਹੈ। ਵਾਰੀ ਵਾਰੀ ਜਿਹੜਾ ਬਾਣੀ ਸਮਝਾਉਂਦੀ ਹੈ ਕਿ ਜੋ ਕੁਛ ਵੀ ਇਨਸਾਨ ਤੇਰੇ ਕੋਲੇ ਹੈ ਤੂੰ ਮਤ ਸਮਝ ਕਿ ਤੇਰੇ ਕਾਰਨ ਹੈ, ਇਹ ਪਰਮਾਤਮਾ ਦਾ ਦਿੱਤਾ ਹੋਇਆ ਹੈ। ਆਪਨ ਲਿਏ ਜੇ ਮਿਲੇ ਵਿਛੜ ਕਿਉਂ ਰਵਨ। ਜੇ ਆਪਣੇ ਯਤਨਾਂ ਨਾਲ ਪਰਮਾਤਮਾ ਪ੍ਰਾਪਤ ਹੁੰਦਾ, ਜਿਹੜੇ ਪਰਮਾਤਮਾ ਤੋਂ ਵਿਛੜ ਗਏ ਨੇ ਉਹ ਕਿਉਂ ਹੁੰਦੇ? ਉਹਨੇ ਯਤਨ ਕਰਕੇ ਪ੍ਰਾਪਤ ਕਰ ਲੈਂਦੇ। ਤੁਹਾਡੇ ਕੋਲੇ ਕੋਠੀ ਹੈ, ਹਿੰਦੁਸਤਾਨ ਦੇ ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਰਹਿਣ ਨੂੰ ਝੌਂਪੜੀ ਵੀ ਨਹੀਂ ਹੈ। ਹੈਰਾਨੀ ਦੀ ਗੱਲ ਹੈ। ਉਹ ਸੜਕਾਂ ਦੇ ਕੰਢਿਆਂ 'ਤੇ ਸੌਂਦੇ ਨੇ, ਉਹ ਰੇਲਵੇ ਸਟੇਸ਼ਨ ਪਲੈਟਫਾਰਮ 'ਤੇ ਸੌਂਦੇ ਨੇ, ਉਹ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਸੌਂਦੇ ਨੇ,
ਉਹ ਜਿਹੜੇ ਪੁਲ ਬਣੇ ਹੋਏ ਨੇ ਉਹਨਾਂ ਦੇ ਹੇਠਾਂ ਸੌਂਦੇ ਨੇ। ਨਹੀਂ ਤਾਂ ਉਹ ਯਤਨ ਕਰਕੇ ਨਾ ਕੋਠੀ ਬਣਾ ਲੈਣ। ਨਹੀਂ, ਕਿਹੜਾ ਬੰਦਾ ਕਹਿੰਦਾ ਵੀ ਮੈਂ ਮੀਂਹ ਕਣੀ ਧੁੱਪ ਦੇ ਵਿੱਚ ਇਸ ਤਰ੍ਹਾਂ ਬਿਨਾਂ ਆਸਰੇ ਰਹਾਂ? ਹਰ ਬੰਦੇ ਇੱਛਾ ਹੁੰਦੀ ਮੇਰੇ ਕੋਲ ਘਰ ਦੇ ਕੋਲ ਝੌਂਪੜੀ ਤਾਂ ਹੋਵੇ। ਜਿਹਦੇ ਕੋਲ ਝੌਂਪੜੀ ਨਹੀਂ ਉਹ ਕਹਿੰਦਾ ਮੇਰੇ ਕੋਲ ਝੌਂਪੜੀ ਤਾਂ ਹੋਵੇ। ਜਿਹਦੇ ਕੋਲ ਝੌਂਪੜੀ ਕਹਿੰਦੇ ਘਰ 'ਚ ਘਰ ਤੋਂ ਘਰ ਯਾਰ ਕੱਚਾ ਘਰ ਹੀ ਹੋਵੇ। ਜਿਹਦੇ ਕੋਲ ਕੱਚਾ ਘਰ ਹੁੰਦਾ ਹੈ ਉਹ ਮੀਂਹ ਬਰਸਾਤ 'ਚ ਚੂਹਣ ਲੱਗ ਜਾ ਕੇ ਸੱਚੇ ਪਾਤਸ਼ਾਹ ਪੱਕਾ ਹੀ ਘਰ ਦੇ ਦੇ। ਜਿਹਦੇ ਕੋਲ ਪੱਕਾ ਹੁੰਦਾ ਇਹ ਛੋਟਾ ਜੀ ਮੈਨੂੰ ਕੋਈ ਵੱਡਾ ਦੇ ਦੇ। ਜੇ ਆਪਣੇ ਯਤਨਾਂ ਨਾਲ ਮਿਲਦਾ ਹੁੰਦਾ ਸਾਰੇ ਹੀ ਕੋਠੀਆਂ ਵਾਲੇ ਹੁੰਦੇ। ਜਿੱਥੇ ਰੱਖੇ ਗੁਸਈਆਂ ਤਿੱਥੇ ਰਹਿਣਾ। ਇਸ ਮਨੁੱਖ ਨੂੰ ਉੱਥੇ ਹੀ ਰਹਿਣਾ ਜਿੱਥੇ ਪਰਮਾਤਮਾ ਰੱਖਦਾ ਹੈ, ਉੱਥੇ ਹੀ ਰਹਿ ਸਕਦਾ ਹੈ। ਇਹ ਦਾਤੇ ਦੀ ਮਰਜ਼ੀ ਚੱਲੇਗੀ, ਪਰ ਸਾਨੂੰ ਭੁਲੇਖਾ ਲੱਗ ਜਾਂਦਾ। ਅਸੀਂ ਕਰਤਾ ਬਣ ਜਾਂਦੇ ਹਾਂ, ਅਸੀਂ ਮੈਂ ਭਾਵ 'ਚ ਆ ਜਾਂਦੇ ਹਾਂ। ਅਸੀਂ ਕਰਤਾ ਨਹੀਂ ਹਾਂ, ਅਸੀਂ ਸਾਧਨ ਹਾਂ। ਧਰਮ ਕਹਿੰਦਾ ਤੁਹਾਡੇ ਬੱਚੇ ਤੁਹਾਡੇ ਨਹੀਂ ਹੈਗੇ। ਪਰਮਾਤਮਾ ਕਹਿੰਦਾ ਇਹ ਮੇਰੇ ਬੱਚੇ ਨੇ, ਤੁਹਾਡੇ ਰਾਹੀਂ ਮੈਂ ਸੰਸਾਰ 'ਤੇ ਭੇਜੇ ਨੇ। ਤੁਹਾਡੀ ਡਿਊਟੀ ਲਾਈ ਹੈ ਇਹਨਾਂ ਨੂੰ ਪਾਲੋ ਪੋਸੋ ਪੜ੍ਹਾਓ ਸਭ ਕੁਛ ਕਰੋ ਵਿਆਹ। ਇਹ ਮੇਰੇ ਬੱਚੇ ਨੇ, ਜਦੋਂ ਮੇਰੀ ਮਰਜ਼ੀ ਮੈਨੂੰ ਵਾਪਸ ਲਿਜਾ ਸਕਦਾ। ਚੀਫ ਹੀ ਨਹੀਂ ਕਰਨੀ ਕਿਉਂਕਿ ਤੁਹਾਡੇ ਨਹੀਂ ਹੈਗੇ। ਅਸੀਂ ਕਿਉਂ ਰੋਂਦੇ ਹਾਂ? ਸਾਨੂੰ ਇਹ ਸਾਡੇ ਨੇ, ਸਾਡੇ ਨੇ। ਜਦੋਂ ਪਰਮਾਤਮਾ ਨੂੰ ਇੱਕ ਅੱਧਾ ਲੈ ਜਾਂਦਾ ਸੀ ਕੁਦਰਤੀ ਗੱਲ ਹੈ, ਰੋਂਦੇ ਹਾਂ। ਅਸੀਂ ਸੰਸਾਰੀ ਜੀਵ ਹਾਂ, ਸਾਨੂੰ ਇਹ ਸਾਡਾ ਪੁੱਤਰ ਸੀ, ਸਾਡੀ ਧੀ ਸੀ। ਪਰਮਾਤਮਾ ਕਹਿੰਦਾ ਇਹ ਤਾਂ ਮੇਰੀ ਸੀ, ਮੈਂ ਤੁਹਾਨੂੰ ਕੁਝ ਸਾਲਾਂ ਲਈ ਖਿਡੌਣਾ ਦਿੱਤਾ ਸੀ, ਖੇਡ ਲਏ, ਹੁਣ ਮੈਂ ਲੈ ਚੱਲਿਆ ਸੀ। ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਇੱਥੇ ਹੀ ਭਜਨ ਬੰਦਗੀ ਕਰ 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 ਕਰਕੇ ਪਹੁੰਚਣਾ ਹੈ। ਫਿਰ ਜਦੋਂ ਬ੍ਰਹਮ ਗਿਆਨ ਹੋਏਗਾ ਆਪਣੇ ਅੰਦਰੋਂ ਮੈਂ ਖਤਮ ਹੋ ਜਾਏਗੀ, ਫਿਰ ਤੂੰ ਰਹਿ ਜਾਏਗਾ ਇਕੱਲਾ। ਭਜਨ ਬੰਦਗੀ ਮੈਂ ਤੋਂ ਸ਼ੁਰੂ ਹੁੰਦੀ ਹੈ, ਤੂੰ ਤੱਕ ਪਹੁੰਚਣਾ, ਬਸ ਇੰਨਾ ਹੀ ਸਫ਼ਰ ਹੈ। ਸਫ਼ਰ ਤੇ ਇੰਨੇ ਧੁਨੀ ਤੋਂ ਭਜਨ ਬੰਦਗੀ ਸ਼ੁਰੂ ਕਰਨੀ ਹੈ, ਸਿਰ ਤੱਕ ਲੈ ਕੇ ਜਾਣੀ, ਬਸ ਇੰਨਾ ਹੀ ਸਫ਼ਰ ਹੈ। ਆਹ 2-3 ਗਿੱਠਾਂ ਦਾ। ਧੁਨੀ ਤੋਂ ਸਾਹ ਉੱਪਰ ਨੂੰ ਲੈ ਕੇ ਜਾਓ ਨਾਸਾਂ ਤੱਕ। ਵਾਹਿਗੁਰੂ ਵਾਹਿਗੁਰੂ। ਅਸੀਂ ਸਾਹ ਧੁਨੀ ਤੋਂ ਸ਼ੁਰੂ ਕਰਨਾ, ਕਿਉਂਕਿ ਇਹ ਸਾਡੇ ਸਰੀਰ ਦਾ ਕੇਂਦਰ ਹੈ। ਬੁੱਲ ਫੜ ਜਾਣ, ਧੁਨੀ ਤੇ ਸਰੋਂ ਦਾ ਤੇਲ ਲਾ ਲਓ, 2-3 ਬੁੱਲ ਹਟ ਜਾਂਦੇ ਕਿ ਸਾਰੀਆਂ ਸਰੀਰ ਦੀਆਂ ਨਾੜੀਆਂ ਧੁਨੀ ਤੋਂ ਸ਼ੁਰੂ ਹੁੰਦੀਆਂ ਨੇ। ਬੱਚਾ ਧੁਨੀ ਦੇ ਨਾਲ ਹੀ ਆਪਣੀ ਮਾਂ ਨਾਲ ਜੁੜਿਆ ਹੁੰਦਾ ਹੈ। ਨਾੜੂਆ ਹੁੰਦਾ ਨਾ। ਮੈਂ ਤੇ ਪੜ੍ਹਿਆ ਹੈ, ਅੱਖਾਂ ਨਾਲ ਨਹੀਂ ਵੇਖਿਆ, ਟੂ ਬੀ ਵੈਰੀ ਫਰੈਂਕ, ਪਰ ਤੁਸੀਂ ਤੇ ਬਾਲ ਬੱਚਿਆਂ ਵਾਲੇ ਹੋ। ਫਿਰ ਬੱਚੇ ਦਾ ਡਾਕਟਰ ਜਿਹੜਾ ਹੈ ਮਾਂ ਤੇ ਨਾੜੂਆ ਕੱਟਦੇ ਨੇ, ਫਿਰ ਬੱਚਾ ਤੇ ਮਾਂ ਅੱਡ-ਅੱਡ ਹੁੰਦੇ ਨੇ। ਉਹ ਨਾੜੂਏ ਰਾਹੀਂ ਹੀ ਸਾਰਾ ਭੋਜਨ ਬੱਚੇ ਤੱਕ ਪਹੁੰਚਦਾ, ਜੋ ਮਾਂ ਖਾਂਦੀ ਹੈ। ਖਾਂਦੀ ਮਾਂ ਹੈ, ਪਹੁੰਚ ਬੱਚੇ ਰਾਹੀਂ ਤੇ ਰਿਹਾ। ਉਹ 9 ਮਹੀਨੇ ਅੰਦਰ ਪਲ ਰਿਹਾ ਹੈ। ਬੜਾ ਜ਼ਬਰਦਸਤ ਸਿਸਟਮ ਹੈ ਪਰਮਾਤਮਾ ਦਾ। ਇਸ ਲਈ ਉਹਦੀ ਕਲਾ ਹੈ, ਇਹ ਉਹਦੇ ਕੌਤਕ ਨੇ। ਜਦੋਂ ਵਿਸ਼ਵਾਸ ਪੂਰਾ ਹੋ ਗਿਆ ਹੈ ਕਿ ਅਸੀਂ ਸਾਧਨ ਹਾਂ, ਅਸੀਂ ਕਰਤਾ ਨਹੀਂ ਹਾਂ, ਹਉਮੈ ਖਤਮ ਹੋ ਜਾਏਗੀ। ਜੋ ਕੁਛ ਕਰਨਾ ਸੋ ਕਰ ਰਿਹਾ। ਉਹਨੇ ਜੋ ਕੁਛ ਕਰਨਾ ਉਹ ਕਰ ਰਿਹਾ। ਉਹਨੇ ਸਾਡੇ ਤੋਂ ਪੁੱਛ ਕੇ ਨਹੀਂ ਕਰਨਾ। ਪਰਮਾਤਮਾ ਨੇ ਕੋਈ ਵਜ਼ੀਰ ਨਹੀਂ ਰੱਖੇ। ਵਜ਼ੀਰ ਹੁੰਦਾ ਸਲਾਹਕਾਰ, ਮਿਨਿਸਟਰ। ਪਰਮਾਤਮਾ ਕੋਈ ਸਲਾਹਕਾਰ ਨਹੀਂ ਰੱਖਿਆ। ਪਰ ਇੱਕ ਜ਼ਰੂਰ ਹੈ,
ਭਗਤ ਜੋ ਕਹਿੰਦਾ ਪਰਮਾਤਮਾ ਨੂੰ ਮੰਨ ਲੈਂਦਾ ਹੈ। ਪਰਮਾਤਮਾ ਜੇ ਕਿਸੇ ਦੇ ਵਸ ਵਿੱਚ ਨਾ, ਆਪਣੇ ਭਗਤਾਂ ਦੇ ਵਸ 'ਚ ਹੈ, ਹੋਰ ਕਿਸੇ ਵਸ ਵਿੱਚ ਨਹੀਂ ਹੈਗੇ। ਉਹ ਭਗਤਾਂ ਦੇ ਵਸ 'ਚ ਹੈ। ਕਿਸੇ ਨੂੰ ਵੀ ਤੁਸੀਂ ਵਸ 'ਚ ਕਰਨਾ, ਪ੍ਰੇਮ ਦੀ ਲੋੜ ਹੈ। ਡੰਡੇ ਦੇ ਜ਼ੋਰ ਨਾਲ ਤੁਸੀਂ ਉਹਨੂੰ ਗੁਲਾਮ ਬਣਾ ਸਕਦੇ, ਆਪਣੀ ਗੱਲ ਬਣਾ ਸਕਦੇ, ਪਰ ਉਹਦਾ ਦਿਲ ਨਹੀਂ ਜਿੱਤ ਸਕਦੇ। ਦਿਲ ਜਿੱਤਣ ਲਈ ਪਿਆਰ ਦੀ ਲੋੜ ਹੈ। ਮਨੁੱਖ ਸੱਚੇ ਦਿਲੋਂ ਪਰਮਾਤਮਾ ਨੂੰ ਪਿਆਰ ਕਰਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪਿਆਰ ਸਹਿਤ ਬਾਣੀ ਪੜ੍ਹਨੀ ਹੈ, ਪਿਆਰ ਸਹਿਤ ਸਿਮਰਨ ਕਰਨਾ ਹੈ। ਪਿਆਰ ਹਮੇਸ਼ਾ ਦਵੱਲੀ ਹੁੰਦਾ ਹੈ। ਯਾਦ ਰੱਖੋ, ਮੋਹ ਵਨ ਸਾਈਡਡ ਹੁੰਦਾ ਹੈ। ਮਾਂ ਪਿਓ ਨੂੰ ਬੱਚੇ ਦਾ ਮੋਹ ਹੁੰਦਾ ਹੈ, ਕਈ ਵਾਰੀ ਬੱਚੇ ਨੂੰ ਮਾਂ ਪਿਓ ਨਾਲ ਕੋਈ ਮੋਹ ਨਹੀਂ ਹੁੰਦਾ। ਇੱਥੇ ਕੋਠੀ ਹੈ, ਇੱਥੇ ਕਾਰ ਹੈ, ਇੱਥੇ 50 ਕਿੱਲੇ ਜ਼ਮੀਨ ਹੈ, ਇਕੱਲਾ ਪੁੱਤਰ ਹੈ, ਕਹਿੰਦਾ ਮੈਂ ਫੌਰਨ ਜਾਣਾ। ਮਾਂ ਪਿਓ ਕਹਿੰਦੇ ਪੁੱਤਰ ਤੈਨੂੰ ਇੱਥੇ ਕਿਸ ਚੀਜ਼ ਦੀ ਕਮੀ ਹੈ? 50 ਕਿੱਲੇ ਜ਼ਮੀਨ ਹੈ, 25 ਲੱਖ ਰੁਪਏ ਦਾ ਠੇਕਾ ਮਿਲਦਾ ਹੈ, 2 ਲੱਖ ਮਹੀਨੇ ਦਾ, 18 ਲੱਖ ਦੀ ਤੇਰੇ ਕੋਲੇ ਕਾਰ ਹੈ, 2 ਕਰੋੜ ਦੀ ਤੇਰੇ ਕੋਲੇ ਕੋਠੀ ਹੈ, ਦੁੱਧ ਕਰਨ ਵਾਲਾ ਤੇਰੇ ਕੋਲੇ ਮੋਟਰਸਾਈਕਲ ਹੈ। ਦੱਸੋ ਤੈਨੂੰ ਕਿਸ ਚੀਜ਼ ਦੀ ਕਮੀ ਹੈ? ਕਹਿੰਦਾ ਮੈਂ ਤੇ ਫੌਰਨ ਜਾਣਾ। ਬੱਚੇ ਨੂੰ ਤੁਹਾਡੇ ਨਾਲ ਕੋਈ ਮੋਹ ਨਹੀਂ, ਤੁਸੀਂ ਝੂਠੇ ਮੋਹ ਵਿੱਚ ਹੋ। ਤੁਸੀਂ ਬੱਚੇ ਨੂੰ ਮੋਹ ਕਰਦੇ ਹੋ, ਬੱਚਾ ਨਹੀਂ ਕਰਦਾ। ਤਾਂ ਉਹ ਕਹਿ ਰਹੇ ਨੇ ਮਾਂ ਪਿਓ ਵੀ ਪੁੱਤਰ ਸਾਨੂੰ ਬੁਢਾਪੇ 'ਚ ਕੌਣ ਪਾਲੇਗਾ? ਤੂੰ ਫੌਰਨ ਚਲਿਆ ਗਿਆ, ਤੈਨੂੰ ਤੇ ਮੋਹ ਹੀ ਨਹੀਂ ਰਹਿਣਾ, ਨਾ ਕੋਠੀ ਨਾ ਜ਼ਮੀਨ ਨਾਲ। ਸਾਡੇ ਮਰਨ ਤੋਂ ਬਾਅਦ ਇਹ ਜ਼ਮੀਨ ਵੀ ਲੋਕ ਦੱਬ ਲੈਣਗੇ, ਕੋਠੀ ਵੀ ਦੱਬ ਲੈਣਗੇ, ਤੁਸੀਂ ਤਾਂ ਆਉਣਾ ਕੋਈ ਨਹੀਂ ਹੈਗਾ। ਨਹੀਂ, ਦਿਮਾਗ 'ਚ ਬਹਿੰਦੀ ਨਹੀਂ ਗੱਲ ਹੈ, ਛੱਡ ਕੇ ਚਲੇ ਗਿਆ। ਮਾਂ ਪਿਓ ਮੇਰੇ ਸਾਹਮਣੇ ਰੋ ਰਹੇ ਸਨ, ਬਾਬਾ ਜੀ ਦੇਖੋ ਕਿਆ ਹੈ। ਬੜੀ ਬੜੀ ਅਜੀਬ ਸਥਿਤੀ ਪੈਦਾ ਹੁੰਦੀ। ਇੱਕ ਮੈਂ DSP ਦੇ ਘਰ ਗਿਆ, ਮੇਰੇ ਕੋਲ ਬੀਬੀ ਪੜ੍ਹ ਸਕਦੀ ਸੀ। ਕਹਿੰਦੇ ਬਾਬਾ ਜੀ ਸਾਡੇ ਘਰ ਕਿਸ ਦਿਨ ਭੋਜਨ ਛਕਣਾ। ਮੈਂ ਠੀਕ ਹੈ ਜੀ। ਮੈਂ ਦੇਖੋ ਬੀਬੀ ਜੀ ਮੇਰੇ ਕੋਲ ਨਾ ਸਾਈਕਲ, ਨਾ ਸਕੂਟਰ, ਨਾ ਕਾਰ। ਸਾਰੇ ਬਾਬਿਆਂ 'ਚੋਂ ਗਰੀਬ ਬਾਬਾ ਮੈਂ ਹਾਂ। ਟੁੱਟੇ ਹੋਏ ਬਾਬਿਆਂ ਕੋਲੇ ਵੀ ਵੱਡੀਆਂ ਵੱਡੀਆਂ ਕਾਰਾਂ ਹਨ। ਮੈਂ ਮੇਰੇ ਕੋਲ ਨਾ ਸਾਈਕਲ, ਨਾ ਸਕੂਟਰ, ਨਾ ਕਾਰ। ਮੈਨੂੰ ਲੈ ਕੇ ਕੌਣ ਜਾਏਗਾ? ਕਹਿੰਦੇ ਨਹੀਂ ਜੀ ਮੇਰੇ ਹਸਬੈਂਡ DSP ਨੇ, ਉਹ ਗੱਡੀ ਲੈ ਕੇ ਆਉਣਗੇ, ਉਹਦੇ ਛੁੱਟੀ ਲੈ ਲੈਣਗੇ, ਉਹ ਤੁਹਾਨੂੰ ਲੈ ਜਾਣਗੇ। ਚਲਿਆ ਗਿਆ। ਕੋਈ 6-7 ਸਾਲਾਂ ਦੀ ਗੱਲ ਹੈ। ਬੜੀ ਸਾਡੀ ਆਪਸ ਦੇ ਵਿੱਚ ਬਹੁਤ ਜ਼ਬਰਦਸਤ ਗੱਲਬਾਤ ਹੋਈ। ਮੈਂ ਗਿਆ, ਉਹਨੇ ਮੇਰੇ ਜੋੜੇ ਲੁਹਾਏ, ਕੁਰਸੀ 'ਤੇ ਮੈਨੂੰ ਬਿਠਾਇਆ, ਮੇਰੇ ਪੈਰ ਧੋਣ ਲੱਗੇ DSP ਸਾਹਿਬ। ਮੈਂ ਕਿਹਾ ਨਹੀਂ ਜੀ ਤੁਸੀਂ ਮੇਰੇ ਤੋਂ ਵੱਡੇ ਹੋ, ਮੈਂ ਆਪੇ ਧੋ ਲਾਂਗਾ। ਜੋ ਇਹਨੇ ਗੱਲ ਕਹੀ ਨਾ, ਕਿਆ ਪਤੇ ਦੀ ਗੱਲ ਕਹੀ ਰਹਿੰਦੇ। ਕਹਿੰਦੇ ਬਾਬਾ ਜੀ ਅੱਜ ਤੁਸੀਂ ਵੱਡੇ ਹੋ, ਮੈਂ ਛੋਟਾ ਹਾਂ। ਜਿੱਦੇ ਤੁਸੀਂ ਕੋਈ ਕਸੂਰ ਕੀਤਾ ਨਾ, ਉਹਦੇ ਤੁਸੀਂ ਛੋਟੇ ਹੋ ਜਾਓਗੇ ਅਤੇ ਮੈਂ ਵੱਡਾ ਹੋ ਜਾਵਾਂਗਾ। ਉਹ ਬਾਬੇ ਜਿੰਨੇ ਕਿ ਰਾਜੇ ਮਹਾਰਾਜੇ ਝੁਕਦੇ ਸਨ, ਮਿਨਿਸਟਰ ਝੁਕਦੇ ਸਨ, ਅੱਜ ਉਹੀ ਜੇਲ੍ਹ 'ਚ ਬੈਠੇ ਨੇ। ਐਸਾ ਮੇਰੇ ਮਨ 'ਤੇ ਮੈਂ ਯਾਰ ਬੰਦੇ ਨੇ ਕਿਆ ਬਾਤ ਕੀਤੀ। ਕਹਿੰਦਾ ਬਾਬਾ ਜੀ ਅੱਜ ਤੁਸੀਂ ਵੱਡੇ ਹੋ, ਮੈਂ ਛੋਟਾ ਹਾਂ। ਜਿੱਦੇ ਤੁਸੀਂ ਗਲਤੀ ਕੀਤੀ ਤੁਸੀਂ ਛੋਟੇ ਹੋ ਜਾਓਗੇ, ਅਸੀਂ ਵੱਡੇ ਹੋ ਜਾਵਾਂਗੇ। ਮੈਂ ਕੁਛ ਨਹੀਂ ਬੋਲਿਆ, ਪਰ ਮੈਂ ਕਿਹਾ ਯਾਰ ਕਿਆ ਬੰਦੇ ਨੇ ਬਾਤ ਕੀਤੀ। ਰੋਟੀ ਖਾ ਰਹੇ ਹਾਂ, ਮੈਂ ਸੋਚਿਆ ਬੱਚੇ ਸਕੂਲ ਗਏ ਹੁਣ। ਡਬਲ ਸਟੋਰੀ ਉਹਨਾਂ ਦੀ ਬਿਲਡਿੰਗ, ਮਗਰ ਉਹਨੇ ਬਾਗ ਲਾਇਆ ਹੋਇਆ, ਵੱਡਾ ਸਾਰਾ ਪਲਾਟ ਸੀ, ਡਬਲ ਸਟੋਰੀ ਬਿਲਡਿੰਗ ਹੈ। ਮੈਂ ਤੁਹਾਡੇ ਬੱਚੇ ਸਕੂਲ ਗਏ ਨੇ। ਬੀਬੀ ਦੇ ਅੱਖਾਂ 'ਚ ਹੰਝੂ ਆ ਗਏ। ਮੈਂ ਕਿਹਾ ਓਹੋ, ਮੈਂ ਦੁੱਖ ਦੀ ਰਗ 'ਤੇ ਹੱਥ ਧਰ ਦਿੱਤਾ ਹੈ, ਹੋ ਸਕਦਾ ਕੋਈ ਸਵਰਗਵਾਸ ਹੋ ਗਿਆ। ਮੈਂ ਬੀਬੀ ਜੀ ਕੀ ਗੱਲ ਹੈ? ਕਹਿੰਦੇ ਬਾਬਾ ਜੀ ਕੀ ਦੱਸੀਏ, ਸਾਡੀ 18 ਕਿੱਲੇ ਜ਼ਮੀਨ ਹੈ, ਲੱਖ ਰੁਪਏ ਸਰਦਾਰ ਜੀ ਦੀ ਤਨਖਾਹ ਹੈ, ਐਡਾ ਵੱਡਾ ਸਾਡੇ ਕੋਲੇ ਘਰ ਹੈ, 2 ਇੱਕ ਲੜਕਾ ਅਤੇ ਇੱਕ ਲੜਕੀ ਸਨ ਸਾਡੇ,
ਪਹਿਲਾਂ ਲੜਕਾ ਕਹਿੰਦਾ ਮੈਂ ਜਾਣਾ ਜੀ ਪੜ੍ਹਨ। ਅਸੀਂ ਕਿਹਾ ਕਾਕਾ ਤੂੰ ਪਹਿਲਾਂ ਪੜ੍ਹ ਲੈ, ਜੇ +2 ਹੀ ਕੀਤੀ ਹੈ, ਤੂੰ BA MA ਪੜ੍ਹ ਲੈ, ਜਿੰਨਾ ਤੂੰ ਪੜ੍ਹਨਾ ਚਾਹੁੰਦਾ ਅਸੀਂ ਤੈਨੂੰ ਪੜ੍ਹਾ ਦਾਂਗੇ। ਜਦੋਂ ਤੇਰੀ ਪੜ੍ਹਾਈ ਪੂਰੀ ਹੋ ਗਈ ਫਿਰ 1-2 ਸਾਲ ਉਡੀਕੀ, ਜੇ ਤੈਨੂੰ ਨੌਕਰੀ ਕੋਈ ਇੱਥੇ ਨਾ ਮਿਲੀ ਬੜੀ ਖੁਸ਼ੀ ਨਾਲ ਤੂੰ ਚਲਿਆ ਜਾਏ। ਨਾ ਜੀ ਅੜ ਗਿਆ, ਮੈਂ ਤਾਂ ਕਹਿੰਦਾ ਹੁਣੇ ਹੀ ਜਾਣਾ। ਮੁੰਡਾ ਚਲਿਆ ਗਿਆ। ਇਹ ਭਰਾ ਅਤੇ ਭੈਣ ਆਪਸ 'ਚ ਗੱਲਾਂ ਕਰਦੇ ਰਹੇ। ਜਦੋਂ ਭੈਣ ਨੇ +2 ਕਰ ਲਈ ਉਹ ਕਹਿੰਦੇ ਮੈਂ ਵੀ ਜਾਣਾ। ਅਸੀਂ ਕਿਹਾ ਭਾਈ ਅਸੀਂ ਇੱਕ ਦਿਨ ਬੁੱਢੇ ਹੋਣਾ, ਸਾਨੂੰ ਕੌਣ ਪਾਲੇਗਾ ਇੱਥੇ? ਕਹਿੰਦੇ ਕੋਈ ਨਹੀਂ, ਅਸੀਂ ਤੁਹਾਨੂੰ ਉੱਥੇ ਸੱਦ ਲਾਂਗੇ। ਕਹਿੰਦੇ ਬਾਬਾ ਜੀ ਬਾਹਰਲਾ ਵਾਤਾਵਰਨ ਹਿੰਦੁਸਤਾਨੀ ਬੁਢਾਪੇ ਵਾਲਿਆਂ ਲਈ ਨਹੀਂ ਹੈ। ਉੱਥੇ ਉਹਨਾਂ ਦਾ ਜੀਅ ਲੱਗਦਾ ਜਿਹੜੇ ਕੰਮ ਕਰਦੇ। ਉਹ 16 ਘੰਟੇ ਕੰਮ ਕਰਦੇ ਨੇ, ਕਿਉਂਕਿ ਉੱਥੇ ਘੰਟਿਆਂ ਅਨੁਸਾਰ ਪੈਸੇ ਮਿਲਦੇ ਨੇ। ਸਾਡੇ ਦੇਸ਼ ਦੇ ਵਿੱਚ 8 ਘੰਟਿਆਂ ਦੀ ਡਿਊਟੀ ਹੈ ਨਾ। ਸਾਨੂੰ ਤਾਂ ਵੇਲ ਹੈ, ਸਾਡੇ ਤਾਂ ਗੁੱਡ ਲੱਕ ਹੈ। ਉੱਥੇ ਘੰਟਿਆਂ ਅਨੁਸਾਰ ਮਿਲਦੇ ਨੇ। ਬੰਦੇ ਲਾਲਚ ਹੁੰਦਾ 12 ਘੰਟੇ ਕੰਮ ਕਰ ਲਏ, ਇੱਕ ਹੋਰ ਕਰ ਲਓ $50 ਮਿਲਣਗੇ, 1 ਘੰਟਾ ਹੋਰ ਕਰ ਲਓ $50 ਮਿਲਣਗੇ। 16 ਘੰਟੇ ਕੰਮ ਕਰਦੇ। ਥੱਕੇ ਆਏ ਟੁੱਟੇ ਬੱਚੇ ਘਰ ਆਉਂਦੇ ਨੇ, ਹੈਲੋ ਮੰਮਾ, ਹੈਲੋ ਡੈਡੀ, ਬਸ ਹਾਲ ਚਾਲ ਪੁੱਛਿਆ, ਰੋਟੀ ਖਾਧੀ, ਉਹ ਆਪਣੇ ਕਮਰੇ ਸੌਂ ਗਏ, ਮੰਮੀ ਡੈਡੀ ਕੰਧਾਂ ਨੂੰ ਵੇਖ ਰਹੇ ਨੇ। ਸੋ ਤਾਂ ਮੈਂ ਕਿਹਾ ਤੁਹਾਨੂੰ ਮੋਹ ਹੈ, ਬੱਚਿਆਂ ਨੂੰ ਤੁਹਾਡੇ ਨਾਲ ਕੋਈ ਮੋਹ ਨਹੀਂ ਹੈ। ਪਰ ਪਿਆਰ ਇੱਕ ਐਸੀ ਚੀਜ਼ ਹੈ ਜਿਹੜੀ ਦਵੱਲੀ ਹੁੰਦੀ ਹੈ। ਪਿਆਰ ਸਰੀਰਾਂ ਨੂੰ ਨਹੀਂ ਕੀਤਾ ਜਾ ਸਕਦਾ ਹੈ। ਖਿਆਲ ਰੱਖਣਾ, ਭਾਵੇਂ ਕਹਿੰਦਾ ਆਈ ਲਵ ਯੂ, ਨੋ, ਉਹ ਸਰੀਰ ਨੂੰ ਪਿਆਰ ਕਰ ਰਿਹਾ, ਬੰਦੇ ਨੂੰ ਪਿਆਰ ਨਹੀਂ ਕਰ ਰਿਹਾ। ਉਹਦੀ ਚਮੜੀ ਨੂੰ ਪਿਆਰ ਕਰਕੇ ਕਹਿੰਦਾ ਆਈ ਲਵ ਯੂ। 5 ਸਾਲ ਲੱਭ ਰਿਹਾ, ਲਵ ਮੈਰਿਜ ਕਰਾ ਲਈ ਹੈ, ਕੁੜੀ ਮੇਰੇ ਕੋਲ 1.5 ਮਹੀਨੇ ਬਾਅਦ ਆ ਗਈ ਹੈ, ਮੈਂ ਤਲਾਕ ਲੈਣਾ ਜੀ। ਮੈਂ ਕਿਉਂ? ਕਹਿੰਦਾ ਨਸ਼ੇ ਕਰਦਾ। ਮੈਂ ਕਿਹਾ ਦੇਖ ਸੁਣ ਮੇਰੀ ਗੱਲ, ਮੈਂ ਗੁਰਦੁਆਰੇ ਬੈਠਾ ਤੈਨੂੰ ਥੱਪੜ ਮਾਰਦਾ ਚੰਗਾ ਨਹੀਂ ਲੱਗਦਾ। ਤੂੰ ਤਰਲੇ ਕੱਢ ਕੇ ਮੇਰੇ ਕੋਲ ਵੀ ਸਾਡਾ 5 ਸਾਲ ਤੋਂ ਲਵ ਹੈ, ਮੈਂ ਤੈਨੂੰ 5 ਸਾਲ 'ਚ ਪਤਾ ਨਹੀਂ ਲੱਗਾ ਹੋਵੇ ਨਸ਼ੇ ਕਰਦਾ, ਝੂਠ ਬੋਲਦੀ ਹੈ ਤੂੰ। ਇਹ ਹਾਲ ਹੈ। ਪਿਆਰ ਕਰਨਾ ਤੇ ਰੱਬ ਨੂੰ ਕਰਨਾ ਬਸ, ਹੋਰ ਕਿਸੇ ਨੂੰ ਕੋਈ ਪਿਆਰ ਕਰਨ ਦੀ ਲੋੜ ਨਹੀਂ। ਕਿਸੇ ਨੇ ਤੁਹਾਡੇ ਨਾਲ ਅਖੀਰ ਤੱਕ ਕੋਈ ਨਿਭਾਉਣੀ ਨਹੀਂ ਹੈ। ਪਤਾ ਨਹੀਂ ਨਿਭਾਉਣੀ ਹੈ ਕਿ ਨਹੀਂ ਨਿਭਾਉਣੀ, ਕਿਉਂਕਿ ਸੰਸਾਰ ਸਵਾਰਥ 'ਤੇ ਖੜ੍ਹਾ ਹੈ। 2 ਬੰਦਿਆਂ ਦਾ ਸਵਾਰਥ ਸਾਂਝਾ ਹੈ, ਦੋਸਤੀ ਰਹੇਗੀ, ਰਿਸ਼ਤੇਦਾਰੀ ਰਹੇਗੀ। ਸਵਾਰਥ ਅੱਡ ਹੋ ਗਏ, ਟੁੱਟ ਜਾਏਗੀ। ਤੂੰ ਕੌਣ ਮੈਂ ਕੌਣ, ਸਕੇ ਭਰਾ ਇੱਕ ਦੂਜੇ ਦਾ ਕਤਲ ਕਰ ਦਿੰਦੇ ਹਨ। ਕਈ ਸਾਲਾਂ ਦੀ ਦੋਸਤੀ ਟੁੱਟ ਫੁੱਟ ਹੋ ਜਾਂਦੀ ਹੈ। ਵੀ ਇਸ ਕਰਕੇ ਪਰਮਾਤਮਾ ਨੂੰ ਪਿਆਰ ਕਰੋ। ਜਦੋਂ ਤੁਸੀਂ ਸੱਚੇ ਦਿਲੋਂ ਪਰਮਾਤਮਾ ਨੂੰ ਪਿਆਰ ਕਰੋ, ਪਰਮਾਤਮਾ ਵੀ ਤੁਹਾਨੂੰ ਪਿਆਰ ਕਰੇਗਾ। ਅਤੇ ਜਿਸ ਨੂੰ ਪਰਮਾਤਮਾ ਪਿਆਰ ਕਰੇ ਉਹਨੂੰ ਹੋਰ ਕੀ ਚਾਹੀਦਾ? ਸੰਸਾਰ ਦੀ ਐਡੀ ਵੱਡੀ ਸ਼ਕਤੀ ਤੁਹਾਨੂੰ ਪਿਆਰ ਕਰੇ। ਰੱਬ ਤੇ ਅਸੀਂ ਪਿਆਰੇ ਹੋਈਏ, ਫਿਰ ਰੱਬ ਸਾਨੂੰ ਕਿਸ ਚੀਜ਼ ਦੀ ਕਮੀ ਰਹਿਣ ਦੇਗਾ? ਕਿਉਂਕਿ ਉਹਦੇ ਕੋਲ ਤਾਂ ਸਾਰਾ ਕੁਛ ਹੈ, ਸਾਰਾ ਕੁਛ ਹੈ। ਇਸ ਲਈ ਭਜਨ ਬੰਦਗੀ ਕਰੋ ਪਰਮਾਤਮਾ ਦੀ, ਦਿਲੋਂ ਉਸ ਨੂੰ ਪਿਆਰ ਕਰੋ। ਗੁਰੂ ਮਹਾਰਾਜ ਨੂੰ ਦਿਲੋਂ ਪਿਆਰ ਕਰੋ। ਗੁਰੂ ਮਹਾਰਾਜ ਪਿਆਰ 'ਚ ਆ ਕੇ ਤੁਹਾਡੀ ਸਿਫਾਰਿਸ਼ ਕਰ ਦੇਣਗੇ ਪਰਮਾਤਮਾ ਕੋਲ, ਅਤੇ ਗੁਰੂ ਦੀ ਸਿਫਾਰਿਸ਼ ਨੂੰ ਪਰਮਾਤਮਾ ਮੋੜਦਾ ਨਹੀਂ ਹੈ। ਟੀਚਰ ਲਿਖ ਦਿੰਦਾ ਹੈ ਬੱਚੇ ਦੀ ਐਪਲੀਕੇਸ਼ਨ 'ਤੇ ਰਿਕਮੈਂਡਡ, ਪ੍ਰਿੰਸੀਪਲ ਕੋਲ ਅਰਜ਼ੀ, ਉਹ ਲਿਖਦਾ ਅਲਾਊਡ। ਫਿਰ ਟੀਚਰ ਨੇ ਸਿਫਾਰਿਸ਼ ਕਰਤੀ, ਉਹ ਕਹਿੰਦਾ ਠੀਕ ਹੈ, ਆਗਿਆ ਦਿੱਤੀ ਜਾਂਦੀ, ਜਾ ਭਾਈ। ਗੁਰੂ ਕਹਿੰਦਾ ਰਿਕਮੈਂਡਡ, ਪਰਮਾਤਮਾ ਕਹਿੰਦਾ ਠੀਕ ਹੈ, ਅਲਾਊਡ, ਆ ਜਾ ਵੀ ਸੱਜਣਾ ਸੱਚਖੰਡ। ਇਸ ਕਰਕੇ ਗੁਰੂ ਮਹਾਰਾਜ ਸਿਫਾਰਿਸ਼ ਕਰ ਦੇਣਾ ਆਪਣਾ ਸਿੱਖ ਦੇ। ਕਿਹਦੀ ਸਿਫਾਰਿਸ਼ ਕਰਨਗੇ? ਜਿਹੜਾ ਸਿੱਖ ਦਿਲੋਂ ਗੁਰੂ ਨੂੰ ਪਿਆਰ ਕਰਦਾ ਹੈ, ਗੁਰੂ ਮਹਾਰਾਜ ਦੇ ਆਖੇ ਲੱਗਦਾ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਹਉਮੈ ਮਾਰੇ ਸ਼ਬਦੇ ਜਗ। ਨਾਮ ਨਾਲ ਮਨੁੱਖ ਜਾਗਰਤ ਹੋ ਜਾਂਦਾ ਹੈ, ਬਾਣੀ ਨਾਲ ਜਾਗਰਤ ਹੁੰਦਾ, ਉਹਨੂੰ ਸਹਿਜ ਹੀ ਆ ਜਾਂਦੀ ਹੈ ਕਿ ਉਹ ਮੈਂ ਤਾਂ ਨਾਮ ਜਪਣ ਲਈ ਸੰਸਾਰ 'ਤੇ ਆਇਆ, ਮੈਂ ਤਾਂ ਜ਼ਿੰਦਗੀ ਦਾ ਇੰਨੇ ਸਾਲ ਐਵੇਂ ਹੀ ਗੁਆਤੇ ਨਹੀਂ। ਇਹ ਹੈ ਜਾਗਰਤ ਹੋਣਾ।
ਉਹਨੂੰ ਅਫਸੋਸ ਹੁੰਦਾ ਕਿ ਕਿਤੇ ਮੈਨੂੰ ਸਤ ਸੰਗਤ ਪਹਿਲਾਂ ਮਿਲ ਜਾਂਦੀ, ਪਹਿਲਾਂ ਮਿਲ ਜਾਂਦੀ, ਪਹਿਲਾਂ ਹੀ ਮੇਰੀ ਜ਼ਿੰਦਗੀ ਬਦਲ ਦਿੰਦੀ। ਪਰ ਉਸ ਵਿਚਾਰੇ ਨੂੰ ਪਤਾ ਨਹੀਂ ਕਿ ਸਤ ਸੰਗਤ ਉਹਦੇ ਮਿਲਣੇ ਜਦੋਂ ਲਿਖੀ ਹੋਈ ਹੈ। ਪਰ ਅਫਸੋਸ ਹੁੰਦਾ ਬੰਦੇ ਨੂੰ ਕਿ ਯਾਰ ਜੇ ਪਹਿਲਾਂ ਸਤਸੰਗ ਮਿਲ ਜਾਂਦੇ, ਇਹ ਪਹਿਲਾਂ ਗਿਆਨ ਹੋ ਜਾਂਦਾ, ਹੁਣ ਨੂੰ ਕਿੰਨਾ ਕੁਛ ਅਸੀਂ ਭਜਨ ਬੰਦਗੀ ਕਰ ਲੈਂਦੇ। ਪਰ ਚਲੋ ਜਦੋਂ ਵੀ ਗਿਆਨ ਹੋ ਜਾਏ ਉਦੋਂ ਹੀ ਸਹੀ, ਉਦੋਂ ਹੀ ਸਹੀ। ਬੁਢਾਪੇ 'ਚ ਗਿਆਨ ਹੋ ਗਿਆ, ਬੁਢਾਪੇ 'ਚ ਹੀ ਸਹੀ। ਚਲੋ ਜਦੋਂ ਹੋ ਗਿਆ ਹੈ ਸ਼ਬਦੇ ਇਹ ਬਾਣੀ ਰਾਹੀਂ ਮਨੁੱਖ ਜਾਗ ਪੈਂਦਾ ਹੈ, ਉਹਨੂੰ ਸੋਝੀ ਆ ਜਾਂਦੀ ਹੈ ਕਿ ਮੈਂ ਤੇ ਨਾਮ ਜਪਣਾ ਹੈ। ਫਿਰ ਉਹ ਨਾਮ ਜਪ ਜਪ ਕੇ ਹਉਮੈ ਮਾਰੇ ਆਪਣੇ ਅੰਦਰ ਹਉਮੈ ਖਤਮ ਕਰ ਲੈਂਦਾ ਹੈ। ਜਿਉਂ ਹੀ ਹਉਮੈ ਖਤਮ ਹੁੰਦੀ ਹੈ ਤਿਉਂ ਹੀ ਉਹਨੂੰ ਗਿਆਨ ਹੋ ਜਾਂਦਾ ਹੈ ਕਿ ਸਭ ਕੁਛ ਕਰਨ ਵਾਲਾ ਤੇ ਪਰਮਾਤਮਾ ਹੈ। ਇਹ ਮੈਂ ਤਾਂ ਤੂੰ ਤੇ ਪਹੁੰਚ ਜਾਂਦਾ ਹੈ। ਫਿਰ ਦਸਮ ਪਾਤਸ਼ਾਹ ਬਾਣੀ ਲਿਖਾ ਰਹੇ ਨੇ, ਉੱਥੇ ਕਿ ਤੂੰ ਹੀ, ਦਸਮ ਪਾਤਸ਼ਾਹ ਸੁਰਤ ਜੁੜ ਗਈ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਬੋਲੀ ਜਾਂਦਾ, ਲਿਖਣਾ ਲਿਖੀ ਜਾ ਰਿਹਾ, ਲਿਖੀ ਜਾ ਰਿਹਾ। ਜਦੋਂ ਗੁਰੂ ਮਹਾਰਾਜ ਦੀ ਸੁਰਤ ਉਖੜੀ, ਕਹਿੰਦੇ ਵੀ ਗਿਣ ਕੇ ਦੱਸ ਕਿੰਨੀ ਵਾਰੀ ਲਿਖੇ? ਕਹਿੰਦੇ ਜੀ 16,000 ਵਾਰ ਲਿਖਿਆ ਗਿਆ। ਕਹਿੰਦੇ ਐਂ ਕਰ 16 ਵਾਰੀ ਰਹਿਣ ਦੇ, ਬਾਕੀ ਸਾਰਾ ਕੱਢ ਦੋ। ਗੁਰੂ ਨਾਨਕ ਜੀ 13 ਜਦੋਂ ਕਹਿੰਦੇ 12 13 ਤੇ ਪਹੁੰਚਦੇ ਸੀ, ਬਸ ਉਹਨੇ ਸੁਰਤ ਜੁੜਦੀ 13 ਕਹਿੰਦੇ ਤੋਲੀ ਜਾਂਦੇ। ਸ਼ਿਕਾਇਤ ਹੋ ਗਈ ਨਵਾਬ ਕੋਲੇ, ਤੁਹਾਡਾ ਮੋਦੀ 13 ਤੋਂ ਅੱਗੇ ਤੋਲਦੇ ਹੀ ਨਹੀਂ ਹੈ, 13 ਕਰਦਾ ਰਹਿੰਦਾ ਹੈ। ਪੜਤਾਲ ਹੋ ਗਈ, ਬਜਾਏ ਘਾਟੇ ਦੇ 120 ਰੁਪਏ ਦਾ ਲਾਭ ਨਿਕਲਿਆ ਉਸ ਜ਼ਮਾਨੇ ਦੇ ਵਿੱਚ। ਕਿਉਂ? ਗੁਰੂ ਨਾਨਕ ਤੇਰੇ ਸੁਣ। ਤੇ ਪਰਮਾਤਮਾ ਦਾ ਕੀ ਹੁੰਦਾ? ਉਹ ਤੇ ਭੰਡਾਰੇ ਭਰ ਦਿੰਦਾ ਹੈ। ਗੁਰੂ ਨਾਨਕ ਦੇ ਡੰਗਰ ਚਾਰ ਰਹੇ ਨੇ, ਡੰਗਰ ਚਾਰਦੇ ਸੁਰਤ ਲੱਗ ਗਈ ਹੈ। ਡੰਗਰ ਨਾਲ ਦੀ ਪੈਲੀ 'ਚ ਗਏ, ਉਹਦੀ ਪੈਲੀ ਖਾ ਗਏ। ਉਹ ਕਿਸਾਨ ਨੇ ਆ ਕੇ ਦੇਖਿਆ ਵੀ ਇਹ ਪਟਵਾਰੀ ਦੇ ਮੁੰਡੇ ਨੇ ਮੇਰੀ ਫਸਲ ਉਜਾੜਤੀ ਡੰਗਰ। ਉਹ ਨਵਾਬ ਕੋਲੇ ਚਲਿਆ ਗਿਆ, ਕਹਿ ਤੁਹਾਡੇ ਪਟਵਾਰੀ ਦੇ ਮੁੰਡੇ ਨੇ ਮੇਰੀ ਫਸਲ ਉਜਾੜ ਦਿੱਤੀ। ਉਹਨਾਂ ਨੇ ਜਿਹੜਾ ਹੈ ਪਟਵਾਰੀ ਨੂੰ ਸੱਦ ਲਿਆ, ਗੁਰੂ ਨਾਨਕ ਦੇਵ ਨੂੰ ਸੱਦ ਲਿਆ। ਕਹਿੰਦੇ ਕਾਕਾ ਤੂੰ ਇਹਨਾਂ ਦੀ ਫਸਲ ਉਜਾੜਤੀ? ਕਹਿੰਦੇ ਨਾ ਜੀ। ਉਹ ਕਹਿੰਦਾ ਜੀ ਮੇਰੀ ਫਸਲ ਉਜਾੜਤੀ ਡੰਗਰ ਖਾ ਕੇ ਨੇ। ਗੁਰੂ ਮਹਾਰਾਜ ਕਹਿੰਦੇ ਕਿ ਇਹਦੀ ਕੋਈ ਫਸਲ ਨਹੀਂ ਡੰਗਰਾਂ ਨੇ ਖਾਧੀ, ਬੰਦੇ ਭੇਜ ਕੇ ਵੇਖ ਲਓ। ਜਦੋਂ ਬੰਦੇ ਭੇਜੇ ਫਸਲ ਉਸੇ ਤਰ੍ਹਾਂ ਲੈ ਲਹਾ ਰਹੀ ਹੈ। ਉਹ ਸ਼ਰਮਿੰਦਾ ਹੋ ਗਿਆ, ਉਹਨੂੰ ਸਮਝ ਨਾ ਆਵੇ ਕਿ ਹੁਣ ਮੈਂ ਦੇਖਿਆ ਸਾਰੀ ਫਸਲ ਜਿਹੜੀ ਹੈ ਹੁਣ ਹਰੀ ਭਰੀ ਹੋ ਗਈ। ਗੁਰੂ ਨਾਨਕ ਨੇ ਦੇਖਿਆ ਤਾਂ ਹਰੀ ਭਰੀ ਹੈ, ਬਸ ਹਰੀ ਭਰੀ ਹੈ, ਬਸ। ਰੱਬ ਬੋੜ ਹੀ ਨਹੀਂ ਸਕਦਾ ਆਪਣੇ ਭਗਤਾਂ ਦੀ। कहते हरी भरी है बस। बचन इन्नी शक्ति सी बोलां दे, रब भी नहीं सी मोड़दा सी गल। इसलिए कहते जदों हौमे मरदी है इस मनुख च बेअंत शक्तियां पैदा हो जाए, जो बोलदे उही सच हो जांदा। मुख ते जो बोले इहां उहां सच। जदों भगत बंदा बन जांदा परमात्मा भगतां दे वस च आ जांदा है। जिवें भगत कहता परमात्मा उवें ही करदा है। धर्म ही कहता परमात्मा ने धन्ने भगत दा खूह भी गेड़िया, धन्ने भगत दी खेती च हल भी वाया, धन्ने भगत दी खेती नूं पानी भी लाया, नहीं लाया। परमात्मा दे वस च है भगत। इस लिए साडा फर्ज बनता सी वध तो वध भजन बंदगी करिए अते उस तो लाभ उठाइए। जो जन तुमरी भगत करंते तिनके काज सवारत। जो परमात्मा की भजन बंदगी करते परमात्मा के कारज ही सवार दिंदा है। इत्थे कारज सवार लई बंदा थां थां ते धक्के खांदा फिरदा है, कदे किसे दफ्तर च कदे किसे दफ्तर च। ਜਿਹੜਾ ਬੰਦਾ ਭਜਨ ਬੰਦਗੀ ਕਰਦਾ ਰਹਿੰਦਾ ਦਫ਼ਤਰਾਂ ਵਾਲੇ ਆਪ ਆ ਕੇ ਉਹਨੂੰ ਪੁੱਛਣ ਲੱਗ ਜਾਂਦੇ। ਬੜੇ ਸਾਲਾਂ ਦੀ ਗੱਲ, ਮੈਂ ਘਨੌਰ ਸਰਵਿਸ ਕਰਦਾ ਸੀ,
ਬਿਜਲੀ ਦਾ ਬਿੱਲ ਭਰਨਾ ਸੀ। ਬੜੀ ਲੰਬੀ ਲਾਈਨ ਤੇ ਉਹਦੇ ਇੱਥੇ ਪ੍ਰੀਤਨਗਰ 'ਚ ਹੀ ਹੁੰਦਾ। 70ਵਾਂ ਮੇਰਾ ਨੰਬਰ ਸੀ। ਉੱਧਰ ਗਰਮੀਆਂ ਦਾ ਮੌਸਮ, ਸ਼ੈੱਡ ਕੋਈ ਹੈ ਨਹੀਂ ਸੀ। ਅੰਦਰ ਜਿਹੜਾ ਕਲਰਕ ਸੀ ਬਿੱਲ ਲੈਣ ਵਾਲਾ, ਉਹਨੇ ਦੇਖਿਆ ਵੀ ਉਹ ਸਰ ਜੀ ਖੜ੍ਹੇ ਨੇ। ਉਹਨੇ ਪੀਐਨ ਨੂੰ ਕਿਹਾ ਉਹ ਖੱਟੀ ਪੱਗ ਵਾਲਾ ਜਿਹੜਾ ਸਰਦਾਰ ਖੜ੍ਹਾ ਉਹ ਸਦਕ ਲਿਆ। ਉਹ ਕਹੇ ਤੁਹਾਨੂੰ ਅੰਦਰ ਸੱਦਿਆ। ਮੈਂ ਗਿਆ, ਉਹ ਖੜ੍ਹਾ ਆ ਕੇ ਮੇਰੇ ਗੋਡੀ ਹੱਥ ਲਾਇਆ, ਕਹਿੰਦੇ ਸਰ ਜੀ ਤੁਸੀਂ ਲਾਈਨ 'ਚ ਕਿਉਂ ਖੜ੍ਹੇ ਹੋਏ? ਮੈਂ ਜੀ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਇੱਥੇ ਲੱਗੇ ਹੋਏ ਹੋ। ਉਹ ਮੇਰੇ ਸਟੂਡੈਂਟ ਦਾ ਫਾਦਰ ਸੀ। ਕਹਿੰਦੇ ਬਸ ਅੱਜ ਜਿਹੜੇ ਕਰਨਾ ਸੀ ਕਰ ਲਿਆ, ਅੱਗੋਂ ਤੁਸੀਂ ਸਿੱਧਾ ਆਉਣਾ, ਮੇਰੇ ਦਫ਼ਤਰ 'ਚ ਆਉਣਾ, ਬਿੱਲ ਭਰਾਉਣਾ, ਚਲੇ ਜਾਣਾ, ਤੁਹਾਨੂੰ ਲਾਈਨ 'ਚ ਖਲੋਣ ਦੀ ਲੋੜ ਨਹੀਂ ਹੈ। ਉਹ ਤਾਂ ਜੇ ਭਜਨ ਬੰਦਗੀ ਥੋੜ੍ਹੀ ਸੀ। ਹੁਣ ਤਾਂ ਅਗਲਾ ਆਪ ਪੁੱਛਦਾ ਬਾਬਾ ਜੀ ਕੋਈ ਸੇਵਾ ਦੱਸੋ, ਭਜਨ ਬੰਦਗੀ ਹੈ। ਤਾਂ ਹੀ ਸਰਦਾਰ ਬਲਜੀਤ ਸਿੰਘ ਦਾ ਛੋਟਾ ਲੜਕਾ ਇੱਕ ਦਿਨ ਆਪਣੀ ਮਾਂ ਨੂੰ ਕਹਿੰਦਾ, ਮੰਮਾ ਇਹ ਬਾਬਾ ਬਣਨਾ ਹੈ ਤੇ ਔਖਾ, ਪਰ ਜੇ ਇੱਕ ਵਾਰੀ ਬਣ ਜੇ ਮੌਜ ਬੜੀ ਹੈ। ਕਹਿੰਦੇ ਵੇਖਦਾ ਰਹਿੰਦਾ ਨਾ ਰੋਜ਼ ਤੇ। ਹਾਂ ਉਹਦੀ ਮਾਂ ਕਹਿੰਦੀ ਵਾਕਈ ਔਖਾ ਹੈ, ਬੜੀ ਭਜਨ ਬੰਦਗੀ ਕਰਨੀ ਪੈਂਦੀ ਤਾਂ ਜਾ ਕੇ ਗੱਲ ਬਣਦੀ ਹੈ। ਸੋ ਸਾਡੇ ਕੋਲ ਜਿੰਨਾ ਵੀ ਸਮਾਂ ਜ਼ਿੰਦਗੀ ਦਾ ਬਾਕੀ ਰਹਿ ਗਿਆ ਹੈ, ਸਾਡਾ ਫਰਜ਼ ਬਣਦਾ ਵੱਧ ਤੋਂ ਵੱਧ ਅਸੀਂ ਭਜਨ ਬੰਦਗੀ ਕਰਕੇ ਉਸ ਸਮੇਂ ਨੂੰ ਲੇਖੇ 'ਚ ਲਾਈਏ। ਫਿਰ ਜਦੋਂ ਅੰਦਰੋਂ ਹਉਮੈ ਮਰ ਜਾਏਗੀ, ਨਾਮ ਜਪ ਜਪ ਕੇ ਇੱਥੇ ਉੱਥੇ ਸਦਾ ਸੁਖ ਆਗੇ, ਇੱਥੇ ਵੀ ਉੱਥੇ ਵੀ ਤੇ ਅੱਗੇ ਜਾ ਕੇ ਵੀ ਸੁਖ ਹੈ। ਲੋਕ 'ਚ ਵੀ ਸੁਖ ਹੈ, ਪਰ ਲੋਕ 'ਚ ਵੀ ਸੁਖ ਹੈ। ਨਾਮ ਨੇ ਸੁਖ ਦੇਣਾ। ਸੁਖ ਨਾਹੀ ਰੇ ਹਰ ਭਗਤ ਬਿਨਾ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਹੀ ਨਹੀਂ ਹੈ। ਜਿੰਨਾ 'ਚ ਅਸੀਂ ਗਰੀਬ ਆ ਮਹਿਸੂਸ ਕਰਦੇ ਹਾਂ ਸਾਡੇ ਕੋਲ ਮਾਇਆ ਹੋਵੇ ਅਸੀਂ ਸੁਖੀ ਹੋ ਜਾਵਾਂਗੇ। ਜਦੋਂ ਮਾਇਆ ਹੋ ਜਾਂਦੀ ਹੈ ਕਈ ਪ੍ਰਕਾਰ ਦੇ ਦੁੱਖ ਫਿਰ ਵੀ ਖੜੇ ਨੇ। ਠੀਕ ਹੈ, ਜਿਹੜਾ ਹੈ ਸਰੀਰਕ ਸੁੱਖ ਹੈ ਇਹ ਮਾਇਆ ਨਾਲ ਹੀ ਮਿਲਦਾ ਹੈ। ਬਾਹਰ ਕਿੰਨੀ ਗਰਮੀ ਪੈ ਰਹੀ ਹੈ, ਅੰਦਰ ਨਹੀਂ ਲੱਗ ਰਹੀ। ਇਹ ਮਾਇਆ ਦੇ ਕ੍ਰਿਸ਼ਮੇ ਨਾ, ਇਹ ਭਗਤੀ ਦਾ ਕ੍ਰਿਸ਼ਮਾ ਨਹੀਂ, ਇਹ ਮਾਇਆ ਦਾ ਹੈ। ਮਾਇਆ ਹੈਗੀ, ਏਸੀ ਲੱਗੇ ਹੋਏ ਨੇ, ਬੈਠੇ ਆ ਬਾਹਰ, ਜਦੋਂ 7-8 ਵਜੇ ਬਾਹਰ ਰਹੇ ਫਿਰ ਪਤਾ ਲੱਗੂ ਹੈ ਕਿੰਨੀ ਗਰਮੀ, ਕਿੰਨਾ ਹੁਮਸ। ਮਾਇਆ ਸਰੀਰਕ ਸੁੱਖ ਦਿੰਦੀ ਹੈ, ਚ ਕੋਈ ਸ਼ੱਕ ਨਹੀਂ ਹੈ। ਮੈਂ ਜਿਹੜਾ ਹੈ ਸਾਇੰਸਦਾਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵੀ ਯਾਰ ਉਹਨੇ ਤਾਂ ਧਰਤੀ ਨੇ ਇਹਨਾਂ ਲੋਕਾਂ ਨੇ ਸਵਰਗ ਬਣਾਤਾ ਹੈ। ਮਾਇਆ ਦਾ ਵੀ ਮੈਂ ਧੰਨਵਾਦੀ ਹਾਂ ਕਿ ਸਾਇੰਸਦਾਨ ਹੈਗੇ, ਸਾਇੰਸ ਦੀਆਂ ਖੋਜਾਂ ਸਾਡੇ ਕੋਲ ਹੈਗੀਆਂ, ਸਾਇੰਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਹੈਗੀਆਂ, ਪਰ ਜੇ ਮਾਇਆ ਨਹੀਂ ਅਸੀਂ ਉਹੇ ਦੇ ਉਹੇ ਜੀ। ਗਰੀਬ ਬੰਦਾ ਕਿੱਥੋਂ ਏਸੀ ਖਰੀਦ ਲਏਗਾ? ਏਸੀ ਹੈ, ਮਾਇਆ ਵੀ ਚਾਹੀਦੀ। ਇਸ ਗੱਲ ਦਾ ਗੁਰੂ ਨਾਨਕ ਨੂੰ ਪਤਾ ਸੀ, ਤਾਂ ਉਹਨੇ ਕਿਹਾ ਕਿਰਤ ਕਰੋ। ਪਹਿਲੀ ਗੱਲ ਸਿੱਖ ਨੂੰ ਕਿਹਾ ਕਿਰਤ ਕਰੋ। ਵੀ ਇਹਦੇ ਕੋਲ ਮਾਇਆ ਹੋਏਗੀ, ਇਹਦੇ ਨਾਲ ਸਰੀਰਕ ਸੁੱਖ ਮਿਲਣਗੇ, ਪਰਿਵਾਰ ਨੂੰ ਪਾਲ ਸਕੇਗਾ। ਪਰ ਉਹਨੂੰ ਪਤਾ ਸੀ ਮਾਇਆ ਨਾਲ ਸਰੀਰਕ ਸੁੱਖ ਮਿਲਦੇ ਨੇ, ਮਾਨਸਿਕ ਨਹੀਂ ਮਿਲਦੇ। ਮਾਨਸਿਕ ਸੁੱਖ ਨਾਮ ਨਾਲ ਮਿਲਦੇ ਨੇ। ਅਸਲ ਸੁਖੀ ਕੌਣ ਹੈ? ਜੋ ਸਰੀਰ ਕਰਕੇ ਸੁਖੀ ਹੈ, ਮਨ ਕਰਕੇ ਸੁਖੀ ਹੈ। ਮਾਇਆ ਨਾਲ ਸਰੀਰਕ ਸੁੱਖ ਮਿਲਣੇ ਨੇ, ਨਾਮ ਨਾਲ ਮਾਨਸਿਕ ਸੁੱਖ ਮਿਲਣੇ ਨੇ, ਫਿਰ ਅਸੀਂ ਪੂਰੇ ਸੁਖੀ ਹੋ ਸਕਾਂਗੇ। ਇਸ ਲਈ ਅਸੀਂ ਕਿਰਤ ਵੀ ਕਰਨੀ ਹੈ ਅਤੇ ਭਜਨ ਬੰਦਗੀ ਵੀ ਕਰਨੀ ਹੈ। ਫਿਰ ਇੱਥੇ ਉੱਥੇ ਸਦਾ ਸੁੱਖ ਆ ਕੇ, ਸਦਾ ਹੀ ਇੱਥੇ ਹੈ ਤਾਂ ਵੀ ਸੁੱਖ, ਪਰਲੋਕ ਚਲੇ ਗਏ ਤਾਂ ਵੀ ਸੁੱਖ। ਮਨ ਚੰਚਲ ਵਿਦ ਨਹੀਂ ਜਾਣਾ। ਵਿਦ ਵਿਧੀ ਨੂੰ ਕਹਿੰਦੇ, ਹਿੰਦੀ ਸ਼ਬਦ ਹੈ ਵਿਧੀ, ਢੰਗ ਤਰੀਕਾ। ਧੱਦੇ ਨੂੰ ਇਸ ਲਈ ਸਿਹਾਰੀ ਲਾਈ ਹੈ, ਸਪੈਲਿੰਗ ਉਹੀ ਹਿੰਦੀ ਵਾਲੇ ਲਿਖੇ ਨੇ। ਗੁਰਬਾਣੀ ਦੇ ਨਿਯਮ ਅਨੁਸਾਰ ਅਸੀਂ ਇਹਨੂੰ ਵਿਧੀ ਨਹੀਂ ਪੜ੍ਹਦੇ, ਵਿਧ ਪੜ੍ਹਦੇ। ਵਿਧ ਹੁੰਦਾ ਢੰਗ ਤਰੀਕਾ। ਇਹ ਮਨ ਚੰਚਲ ਹੈ, ਇਹ ਟਿਕਦਾ ਨਹੀਂ ਹੈ। ਵਿਧ ਨਹੀਂ ਜਾਣਾ, ਇਹਨੂੰ ਭਜਨ ਬੰਦਗੀ ਕਰਨ ਦੀ ਵਿਧੀ ਹੀ ਨਹੀਂ ਆਉਂਦੀ, ਇਹਨੂੰ ਭਜਨ ਬੰਦਗੀ ਦਾ ਢੰਗ ਹੀ ਨਹੀਂ ਆਉਂਦਾ। ਕਿਉਂ? ਚੰਚਲ ਮਨ ਹੈ, ਟਿਕ ਨਹੀਂ ਰਿਹਾ ਹੈ, ਇਹ ਟਿਕ ਨਹੀਂ ਰਿਹਾ। ਇਹ ਕਦੋਂ ਟਿਕੇਗਾ?
ਤੁਸੀਂ ਸਿਮਰਨ ਕਰ ਰਹੇ ਹੋ, ਧੁਨੀ ਤੋਂ ਸਾਹ ਨੂੰ ਬਾਹਰ ਕੱਢੋ। ਗੁਰੂ ਮਹਾਰਾਜ ਕਹਿੰਦੇ ਸਾਹ ਅੰਦਰ ਲਿਜਾਓ, ਕਹੋ ਵਾਹਿਗੁਰੂ, ਸਾਹ ਬਾਹਰ ਕੱਢੋ ਵਾਹਿਗੁਰੂ। ਪ੍ਰਾਣਾਯਾਮ ਵਾਲੇ ਕਹਿੰਦੇ ਸਾਹ ਬਾਹਰ ਕੱਢੋ, ਅੰਦਰ ਆਪੇ ਆ ਜਾਏਗਾ। ਸਾਹ ਬਾਹਰ ਕੱਢੋ, ਅੰਦਰ ਆਪੇ ਆ ਜਾਏਗਾ। ਆਪ ਜੀ ਸਾਇੰਸ ਪੜ੍ਹਿਓ, ਜਦੋਂ ਗਰਮੀ ਪੈਂਦੀ ਹੈ ਧਰਤੀ ਗਰਮ ਹੋ ਜਾਂਦੀ ਹੈ, ਗਰਮ ਹਵਾ ਗਰਮ ਹੋ ਜਾਂਦੀ ਹੈ। ਗਰਮ ਹਵਾ ਹੌਲੀ ਹੁੰਦੀ ਹੈ, ਹੌਲੀ ਚੀਜ਼ ਉੱਪਰ ਨੂੰ ਉੱਠਦੀ ਹੈ। ਉਹ ਹਵਾ ਗਰਮ ਹਵਾ ਉੱਪਰ ਨੂੰ ਉੱਠ ਜਾਂਦੀ ਹੈ, ਥਾਂ ਖਾਲੀ ਹੋ ਗਈ। ਉਹ ਥਾਂ ਖਾਲੀ ਹੋ ਗਈ ਨਹੀਂ, ਫਿਰ ਆਲੇ ਦੁਆਲੇ ਤੇਜ਼ ਹਵਾ ਆਉਂਦੀ ਹੈ। ਹਾਲਾ ਕਹਿੰਦਾ ਬਈ ਉਹ ਹਨੇਰੀ ਚੜ੍ਹ ਪਈ ਹੈ, ਲੈ ਵੀ ਹਨੇਰੀ ਆਊ, ਇਸ ਲਈ ਆਈ ਕਿ ਉਹ ਥਾਂ ਖਾਲੀ ਹੋ ਗਈ। ਥਾਂ ਖਾਲੀ ਭਰਨੀ ਹੈ, ਥਾਂ ਤੇ ਖਾਲੀ ਭਰਨੀ ਹੈ। ਇਸ ਲਈ ਜਦੋਂ ਅੰਦਰੋਂ ਹਉਮੈ ਖਤਮ ਹੁੰਦੀ ਹੈ, ਅੰਦਰ ਖਾਲੀ ਹੋ ਗਿਆ, ਹੁਣ ਰੱਬ ਨੇ ਭਰਨਾ, ਉਹਨੇ ਆਉਣਾ। ਖਾਲੀ ਤੇ ਕੁਛ ਰਹਿਣਾ ਨਹੀਂ ਹੈ, ਫਿਰ ਰੱਬ ਆਉਂਦਾ ਹੈ। ਫਿਰ ਇਹ ਮੈਂ ਕਰਦਾ ਕਰਦਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੇ ਪਹੁੰਚ ਜਾਂਦਾ ਹੈ। ਫਿਰ ਜਦੋਂ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ, ਸਾਰੇ ਪਾਸੇ ਪਰਮਾਤਮਾ ਦਿਸਦਾ ਹੈ। ਇਹ ਉੱਪਰਲੀ ਖਲੜੀ ਦਿਸਣੋਂ ਹਟ ਜਾਂਦੀ ਬੰਦੇ ਦੀ। ਜਿਵੇਂ ਮੈਂ ਪੇਟ ਦਾ ਅਲਟਰਾਸਾਊਂਡ ਕਰਾ ਰਿਹਾ ਹਾਂ, ਮੇਰੀ ਬਾਹਰਲੀ ਚਮੜੀ ਨਹੀਂ ਆਵੇਗੀ, ਪੇਟ ਦੇ ਵਿੱਚ ਜੋ ਕੁਛ ਹੈ ਨਾ ਮਸ਼ੀਨਰੀ ਉਹ ਆਵੇਗਾ, ਬਾਹਰਲੀ ਚਮੜੀ ਨਹੀਂ ਆਵੇਗੀ। ਫੇਫੜੇ ਆ ਜਾਣਗੇ, ਢਿੱਡ ਦਾ ਜੋ ਕੁਛ ਹੈ ਉਹ ਆ ਜਾਏਗਾ, ਜੋ ਅੰਦਰ ਗੜਬੜ ਹੈ ਉਹ ਆ ਜਾਏਗੀ, ਪਿੱਤਾ ਦੀ ਪੱਥਰੀ ਅੰਦਰ ਜੋ ਕੁਛ ਹੈ ਉਹ ਆ ਜਾਏਗੀ। ਅੰਦਰ ਦਿਸਣ ਲੱਗ ਜਾਂਦਾ ਹੈ, ਬਾਹਰਲਾ ਸਰੀਰ ਹਟ ਜਾਂਦਾ ਤੇ ਅੰਦਰ ਦੇ ਸਾਰਿਆਂ ਦੇ ਪਰਮਾਤਮਾ ਹੀ ਹੈ। ਉੱਥੇ ਜਾ ਕੇ ਫਿਰ ਬਾਣੀ 'ਚ ਲਿਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਹਿਲਾਂ ਨਹੀਂ ਸਮਝ ਆਉਂਦੀ ਵੀ ਸਭ ਗੋਬਿੰਦ ਹੀ ਗੋਬਿੰਦ ਹੈ। ਅਸੀਂ ਫਿਰ ਕੀ ਹਾਂ? ਆਹ ਦਰਖਤ ਕੀ ਨੇ, ਆਹ ਘਰ ਕੋਠੀਆਂ ਕੀ ਨੇ, ਆਹ ਪਸ਼ੂ ਪੰਛੀ ਕੀ ਨੇ, ਜੇ ਸਭ ਰੱਬ ਹੀ ਰੱਬ ਹੈ। ਨਾਮਦੇਵ ਜੀ ਦੀ ਦਿव्य ਦ੍ਰਿਸ਼ਟੀ ਖੁੱਲ੍ਹੀ ਸੀ। ਨਾਮਦੇਵ ਜੀ ਰੋਟੀ ਪਕਾ ਰਹੇ ਨੇ, ਇੱਕ ਰੋਟੀ ਪਕਾ ਕੇ ਚੰਗੇਰ 'ਚ ਰੱਖੇ। ਪਹਿਲਾਂ ਚੰਗੇਰਾਂ ਛੱਜੂ ਹੋਇਆ ਕਰ, ਚੀਕੂ ਹੋਇਆ ਕਰਦੇ ਸੀ, ਪੁਰਾਣੇ ਬੰਦਿਆਂ ਨੂੰ ਪਤਾ, ਖੱਗਿਆਂ ਦੀ ਚੰਗੇਰ ਬਣੀ ਹੁੰਦੀ ਸੀ। ਆਪਾਂ ਜੇ ਬਰਤਨ 'ਚ ਪਾਈਏ, ਥਾਲ 'ਚ ਪਾਈਏ, ਰੋਟੀ ਗਿੱਲੀ ਹੋ ਜਾਂਦੀ ਹੈ। ਤੁਸੀਂ ਪਲੇਟ ਜਾਂ ਥਾਲੀ ਜਦੋਂ ਗਰਮ ਰੋਟੀ ਰੱਖੋਗੇ ਨਾ, ਹੇਠੋਂ ਗਿੱਲੀ ਹੋ ਜਾਏਗੀ। ਆਮ ਤਾਂ ਸਿਆਣੇ ਲੋਕ ਫਿਰ ਹੇਠਾਂ ਪੋਣਾ ਵਿਛਾ ਲੈਂਦੇ ਨੇ, ਫਿਰ ਰੋਟੀ ਪਰੋਸਦੇ ਨੇ ਵੀ ਤਾਂ ਜੋ ਰੋਟੀ ਉਹਨੂੰ ਥਾਲ ਨੂੰ ਲਾ ਕੇ ਗਿੱਲੀ ਨਾ ਹੋ ਜਾਏ। ਇਸੇ ਤਰ੍ਹਾਂ ਹੀ ਇਹ ਜਿਹੜੀ ਫਿਰ ਬਾਹਰਲੀ ਚਮੜੀ ਹੈ, ਇਹ ਦਿਸਣੋਂ ਹਟ ਜਾਂਦੀ ਹੈ। ਨਾਮਦੇਵ ਜੀ ਨੇ ਰੋਟੀ ਪਕਾ ਰੱਖੀ ਚੰਗੇਰ 'ਚ, ਦੂਜੀ ਪਕਾ ਰਹੇ ਨੇ, ਅਚਾਨਕ ਕੁੱਤਾ ਆਇਆ, ਰੋਟੀ ਚੱਕ ਕੇ ਲੈ ਗਿਆ। ਨਾਮਦੇਵ ਨੇ ਦੇਖਿਆ ਕਿ ਉਹਨਾਂ ਨੂੰ ਬਾਹਰਲਾ ਕੁੱਤਾ ਤੇ ਦਿਸ ਹੀ ਨਹੀਂ ਰਿਹਾ, ਅੰਦਰ ਜਿਹੜਾ ਭਗਵਾਨ ਹੈ ਉਹ ਦਿਸ ਰਿਹਾ ਹੈ। ਬਈ ਭਗਵਾਨ ਮੇਰੀ ਰੋਟੀ ਲੈ ਗਏ, ਮੈਂ ਤਾਂ ਇਹਦੀ ਚੋਪੜੀ ਵੀ ਨਹੀਂ ਸੀ, ਘਿਓ ਦਾ ਡੱਬਾ ਲੈ ਕੇ ਮਗਰ ਜਾ ਰਿਹਾ, ਭਗਵਾਨ ਜੀ ਠਹਿਰ ਜਾਓ ਠਹਿਰ ਜਾਓ। ਕੁੱਤਾ ਭੱਜਿਆ ਜਾ ਰਿਹਾ, ਮਗਰ ਹੀ ਨਾਮਦੇਵ ਜੀ ਗਲੀ 'ਚ ਭੱਜੇ ਜਾ ਰਹੇ ਨੇ। ਭਗਵਾਨ ਜੀ ਠਹਿਰ ਜਾਓ, ਉਹ ਚੋਪੜ ਤਾਂ ਲੈਣ ਦਿਓ। 2 ਕਿਲੋਮੀਟਰ ਭੱਜੇ ਗਏ ਮਗਰ। ਲੋਕ ਹੱਸ ਰਹੇ ਨੇ। ਭਗਤਾਂ ਦੇ ਪਹਿਲਾਂ ਲੋਕ ਹੱਸਿਆ ਕਰਦੇ ਨੇ ਵੀ ਇਹ ਐਬਨੋਰਮਲ ਹੈ, ਇਹ ਨੋਰਮਲ ਨਹੀਂ ਹੈ। ਜੋ ਤੁਸੀਂ ਭਜਨ ਬੰਦਗੀ ਕਰਨਾ, ਸਭ ਤੋਂ ਪਹਿਲਾਂ ਘਰ ਵਾਲੇ ਤੁਹਾਨੂੰ ਗਾਲਾਂ ਕੱਢਦੇ ਨੇ, ਉਹ ਪੜ੍ਹ ਲਓ, ਓਏ ਕਿੱਥੇ ਰਾਮ 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 ਲਾਈ ਹੈ, ਹਰ ਵਕਤ ਤੂੰ ਰਾਮ ਰਾਮ ਕਰਦੇ ਰਹਿ, ਪੜ੍ਹਾਈ ਕੌਣ ਕਰੇਗਾ, ਪੜ੍ਹਾਈ ਕਰ ਲੈ। ਇਸ ਤਰੀਕੇ ਢੱਡਰੀ ਵਾਲੇ ਕਹਿੰਦੇ ਮੈਂ 8ਵੀਂ ਦੇ ਵਿੱਚ ਸੀ, ਗਰਮੀਆਂ ਦੀਆਂ ਛੁੱਟੀਆਂ, ਮੈਂ ਕਹਿੰਦੇ ਮਹਾਂਪੁਰਖਾਂ ਕੋਲ ਚਲੇ ਗਏ, ਉਹਨਾਂ ਮੈਨੂੰ ਅੰਮ੍ਰਿਤ ਛਕਾ ਕੇ ਚੋਲਾ ਪਵਾਤਾ। ਗਰਮੀਆਂ ਛੁੱਟੀਆਂ ਮੁੱਕੇ ਮੈਂ ਚੋਲਾ ਪਾ ਕੇ ਕਹਿੰਦੇ ਸਕੂਲ 'ਚ ਆ ਗਿਆ, 8ਵੀਂ ਪੜ੍ਹਦਾ। ਟੀਚਰ ਕਹਿੰਦੇ ਦੇਖ ਕਾਕਾ, ਜਿਹੜੀ ਸਕੂਲ ਦੀ ਵਰਦੀ ਆ ਉਹ ਪਾ ਕੇ ਆ ਕਰ। ਮੈਂ ਕਿਹਾ ਨਾ ਜੀ, ਮੈਂ ਤਾਂ ਚੋਲਾ ਹੀ ਪਾਇਆ ਕਰਨਾ। ਕਹਿੰਦੇ ਦੇਖ, ਜੇ ਤੂੰ ਵਰਦੀ ਨਹੀਂ ਪਾਏਗਾ, ਦੂਜੇ ਬੱਚੇ ਕਹਿੰਦੇ ਅਸੀਂ ਵੀ ਨਹੀਂ ਪਾਉਂਦੇ, ਇੱਥੇ ਸਾਰਾ ਇਨਡਿਸਿਪਲਿਨ ਹੋ ਜਾਏਗਾ।
ਤੂੰ ਵਰਦੀ ਪਾ ਲਈ ਤੇ ਤੇਰਾ ਨਾਮ ਕੱਢ ਦੇਣਾ। ਕਹ ਜੇ ਨਾਮ ਕੱਟਣਾ ਕੱਟ ਦੋ, ਮੈਂ ਨਹੀਂ ਵਰਦੀ ਪਾਣੀ, ਮੈਂ ਤੇ ਚੋਲਾ ਹੀ ਪਾਵਾਂਗਾ। ਅਤੇ ਟੀਚਰਾਂ ਨੇ ਨਾਮ ਕੱਢਤਾ। ਬਾਪੂ ਗਾਲਾਂ ਕੱਢਦਾ, ਆਪ ਸੁਣਾ ਰਹੇ ਸਨ। ਮੇਰਾ ਬਾਪੂ ਗਾਲਾਂ ਕੱਢਦਾ, ਕਿੱਥੇ ਕਹਿੰਦਾ ਸਾਡੇ ਘਰ ਇਹੋ ਜਿਹਾ ਨਲਾਇਕ ਪੁੱਤਰ ਪੈਦਾ ਹੋ ਗਿਆ ਹੈ, ਇਹ ਪੜ੍ਹਾਈ ਨਹੀਂ ਕਰਦਾ, ਇਹ ਭੁੱਖਾ ਮਰੇਗਾ। ਅਤੇ ਜਦੋਂ ਕਹਿੰਦਾ ਮੇਰੀ ਬੱਲੇ ਬੱਲੇ ਹੋ ਗਈ, ਫਿਰ ਬਾਪੂ ਕਹਿੰਦਾ ਇਹ ਮੇਰਾ ਪੁੱਤਰ ਹੈ, ਕਿਤੇ ਜਾਂਦਾ ਮੈਂ ਕਹਿੰਦੇ ਹੁਣ ਢੱਡਰੀਆਂ ਵਾਲੇ ਦਾ ਬਾਪ ਹਾਂ। ਸੋ ਸਭ ਤੋਂ ਪਹਿਲਾਂ ਘਰ ਤੋਂ ਹੀ ਗਾਲਾਂ ਸ਼ੁਰੂ ਹੁੰਦੀਆਂ, ਸੰਸਾਰ ਤੇ ਬਾਅਦ 'ਚ ਕੱਢਦਾ। ਭਗਵਾਨ ਨੇ ਵੇਖਿਆ ਕਿ ਵਾਕਿਆ ਹੀ ਇਹਨੂੰ ਗਿਆਨ ਹੈ ਕਿ ਮੈਂ ਕੁੱਤਾ ਨਹੀਂ ਹਾਂ, ਮੈਂ ਕੁੱਤੇ ਦਾ ਰੂਪ ਧਾਰਨ ਕੀਤਾ ਹੋਇਆ। ਭਗਵਾਨ ਖੜਾ ਹੋ ਗਿਆ ਹੈ। ਭਗਤ ਨੂੰ ਫਿਰ ਜਿਹੜਾ ਆਪਣੀ ਜੱਫੀ 'ਚ ਲੈ ਲਿਆ, ਉਹ ਨਿਹਾਲ ਕਰਤਾ ਹੈ। ਇਹ ਹੈ ਉੱਥੇ ਜਾ ਕੇ ਫਿਰ ਉਹਨਾਂ ਲਿਖਿਆ, ਜਦੋਂ ਪਹਿਲੀ ਸ਼ੁਰੂ 1971 'ਚ ਬਾਣੀ ਪੜ੍ਹੀ, ਮੈਨੂੰ ਗੱਲ ਹੀ ਨਾ ਸਮਝ ਆਵੇ। ਜਦੋਂ ਪੜ੍ਹਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਜੇ ਸਾਰਾ ਪਰਮਾਤਮਾ ਹੀ ਹੈ ਤੇ ਫਿਰ ਅਸੀਂ ਕੀ ਆ? ਇਹ ਡੰਗਰ ਕੀ ਨੇ, ਇਹ ਫਲਾਣਾ ਕੀ? ਮੇਰੇ ਮਨ 'ਚ ਆਏਗਾ। ਸਮਾਂ ਪਾ ਕੇ ਹੌਲੀ ਹੌਲੀ ਗਿਆਨ ਹੋ ਗਿਆ ਕਿ ਓਹੋ, ਇੱਕ ਸਮਾਂ ਐਸਾ ਆਉਂਦਾ ਕਿ ਬਾਹਰਲੀ ਚਮੜੀ ਦੇ ਅੰਦਰ ਜੋ ਕੁਛ ਹੈ ਉਹ ਦਿਸਣ ਲੱਗ ਜਾਂਦਾ ਹੈ, ਅਤੇ ਅੰਦਰ ਪਰਮਾਤਮਾ ਹੀ ਬੈਠਾ, ਬਸ ਉਹ ਦਿਸਣ ਲੱਗ ਜਾਂਦਾ। ਇਹ ਬਾਹਰਲੀ ਖਲੜੀ ਦਿਸਣੋਂ ਹੀ ਹਟ ਜਾਂਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਚੰਚਲ ਹੈ, ਇਹ ਟਿਕਦਾ ਨਹੀਂ ਹੈ। ਮਨ ਨੂੰ ਨਾ ਪਾਰੇ ਦੀ ਨਿਆਂ ਕਿਹਾ ਗਿਆ ਹੈ। ਸਾਇੰਸ ਰੂਮ 'ਚ ਪਾਰਾ ਹੁੰਦਾ ਹੈ। ਮੈਂ ਜੇ 7ਵੀਂ 'ਚ ਪੜ੍ਹਦਾ, ਬਾਹਰ ਧੁੱਪੇ ਕਲਾਸ ਲੱਗੀ ਹੋਈ ਹੈ, ਮੈਨੂੰ ਸਾਇੰਸ ਮਾਸਟਰ ਕਹਿੰਦੇ ਕਾਕਾ ਪਾਰੇ ਦੀ ਬੋਤਲ ਚੱਕ ਕੇ ਲਿਆ, ਉੱਤੇ ਲਿਖਿਆ ਹੋਇਆ ਪਾਰਾ, ਪੜ੍ਹ ਲਈ ਤੂੰ, ਪਰ ਧਿਆਨ ਨਾਲ ਚੱਕੀ, ਉਹ ਭਾਰੀ ਬੜੀ ਹੁੰਦੀ ਹੈ। ਉਹ ਮੈਂ 7ਵੀਂ ਸੀ, ਜਦ ਮੈਂ ਬੋਤਲ ਚੱਕੀ ਦੋਨਾਂ ਹੱਥਾਂ ਨਾਲ ਚੱਕ ਕੇ ਲਿਆ। ਮੈਂ ਸਰ ਜੀ ਇਹ ਤਾਂ ਬਹੁਤ ਭਾਰੀ ਹੈ। ਹਾਂ ਕਹਿੰਦੇ ਕਾਕਾ ਇਹ ਪਾਣੀ ਨਾਲੋਂ 13-14 ਗੁਣਾ ਭਾਰਾ ਹੁੰਦਾ। ਜੇ ਇੱਕ ਬੋਤਲ 'ਚ 1 ਕਿਲੋ ਪਾਣੀ ਪੈਂਦਾ ਨਾ, ਇਹ ਜੇ ਪਾਰੇ ਨਾਲ ਭਰੀ ਹੋ ਗਈ ਘੱਟ ਤੋਂ 13-14 ਕਿਲੋ ਭਾਰੀ ਹੋਵੇਗੀ। ਇਸ ਕਰਕੇ ਤੈਨੂੰ ਕਿਹਾ ਸੀ ਧਿਆਨ ਨਾਲ ਚੱਕੇ ਲਿਓ। ਪਾਰੇ ਨੂੰ ਥੋੜ੍ਹੇ ਜਿਹੇ ਨੂੰ ਵੀ ਤੁਸੀਂ ਕਾਗਜ਼ 'ਤੇ ਕਿਤੇ ਰੱਖ ਦਿਓ, ਉਹ ਟਿਕਦਾ ਨਹੀਂ ਹੈ। ਉਹ ਗੋਲ ਜਿਹੀ ਛੋਟੀ ਛੋਟੀ ਗੋਲੀ ਬਣੀ, ਉਹ ਹਿੱਲੀ ਜਾਂਦਾ। ਇਸ ਤਰ੍ਹਾਂ ਮਨ ਪਾਰੇ ਦੀ ਨਿਆਈ ਹੈ, ਇਹ ਟਿਕਦਾ ਨਹੀਂ ਹੈ, ਇਹ ਚੰਚਲ ਹੈ। ਤੁਸੀਂ ਇਹਨੂੰ ਸਵਾਸਾਂ 'ਤੇ ਟਿਕਾਉਣ ਦੀ ਕੋਸ਼ਿਸ਼ ਕਰਦੇ ਹੋ। ਸਾਹ ਹੇਠੋਂ ਉੱਪਰ ਨੂੰ ਜਾ ਰਿਹਾ, ਵਾਹਿਗੁਰੂ, ਤੁਸੀਂ ਸਵਾਸਾਂ ਦੇ ਨਾਲ ਵਾਹਿਗੁਰੂ। ਸਵਾਸ ਅੰਦਰ ਜਾ ਰਿਹਾ, ਵਾਹਿਗੁਰੂ ਕਰਦੇ। ਧਿਆਨ ਰੱਖਣਾ ਹੈ ਵੀ ਆਹ ਸਾਹ ਜਾ ਰਿਹਾ, ਆ ਰਿਹਾ ਹੈ, ਸਾਹ ਅੰਦਰ ਆ ਰਿਹਾ, ਵਾਹਿਗੁਰੂ। ਸਾਹ ਨੂੰ ਧੁਨੀ ਤੱਕ ਲਿਆਉਣਾ, ਤਾਂ ਜੋ ਜਿਹੜੀ ਧੁਨ ਹੈ ਅਨਹਦ ਨਾਦ, ਇਹ ਧੁਨ ਤੋਂ ਹੀ ਧੁਨੀ ਸ਼ਬਦ ਬਣਿਆ। ਅਨਹਦ ਨਾਦ ਜਿਹੜਾ ਹੈ ਨਾ, ਇਹ ਧੁਨੀ ਤੋਂ ਹੀ ਉੱਠਦਾ ਹੈ, ਜਿਹੜਾ ਸਾਨੂੰ ਫਿਰ ਸੁਣਾਈ ਦਿੰਦਾ ਰੱਬੀ ਸੰਗੀਤ। ਸਾਹ ਧੁਨੀ ਤੱਕ ਲਿਜਾਣਾ ਹੈ, ਧੁਨੀ ਤੋਂ ਹੀ ਫਿਰ ਵਾਪਸ ਲਿਆਉਣਾ। ਬਸ ਸਾਹ ਲੈਣ, ਅੰਦਰ ਲੈਣਾ ਵਾਹਿਗੁਰੂ, ਬਾਹਰ ਕੱਢਣਾ ਵਾਹਿਗੁਰੂ, ਅੰਦਰ ਲਿਆਉਣਾ ਵਾਹਿਗੁਰੂ, ਬਾਹਰ ਕੱਢਣਾ ਵਾਹਿਗੁਰੂ। ਬਸ ਐਂ ਕਰੀ ਜਾਣਾ। ਇੱਕ ਦਿਨ ਆਏਗਾ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਇਹ ਮਨ ਚੰਚਲ ਹੈ, ਇਹਨੂੰ ਭਜਨ ਬੰਦਗੀ ਦੀ ਵਿਧੀ ਨਹੀਂ ਆਉਂਦੀ ਹੈ, ਢੰਗ ਤਰੀਕਾ ਨਹੀਂ ਆਉਂਦਾ। ਕਿਉਂ? ਮਨਮੁਖ ਮੈਲਾ, ਮਨਮੁਖ ਦਾ ਮਨ ਮੈਲਾ ਹੈ। ਬਾਣੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਨਮਾਂ ਜਨਮਾਂਤਰਾਂ ਦੀ ਮਾੜੇ ਕਰਮਾਂ ਦੀ ਮੈਲ ਲੱਗੀ, ਕਾਲਾ ਸ਼ਾਹ ਹੋ ਗਿਆ। ਤਾਂ ਇਹ ਤਾਂ ਕਹਿੰਦੇ ਕੋਲੂ ਦੀ ਲੀਰ ਵਾਂਗੂ ਖੰਡਲੀ, ਕਹਿੰਦੇ ਉਹ ਜਦੋਂ ਕੋਲੂ ਸਾਫ਼ ਕਰਦੇ ਨੇ, ਸਰੋਂ ਦਾ ਤੇਲ ਲੀਰ ਨੂੰ ਲੱਗਦਾ, ਉਹ ਲੈਂਦੇ ਨਹੀਂ ਹੈਗੇ। ਖੰਡਲੀ ਧੋਤੀ ਉਜਲੀ ਨਾ ਹੋਵੀ, ਜੇ 100 ਧੋਵਨ ਪਾਓ। 100 ਵਾਰ ਕਹਿੰਦਾ ਉਹਨੂੰ ਧੋ ਲਓ, ਉਹ ਚਿੱਟੀ ਨਹੀਂ ਹੁੰਦੀ ਹੈਗੀ। ਇਸ ਤਰ੍ਹਾਂ ਮਨ ਜਨਮਾਂ ਜਨਮਾਂਤਰਾਂ ਤੋਂ ਮੈਲਾ ਹੈ। ਜਿੰਨਾ ਮਨ ਜ਼ਿਆਦਾ ਮੈਲਾ, ਉਨੀ ਜ਼ਿਆਦਾ ਸਾਨੂੰ ਜਿਹੜੇ ਭਜਨ ਬੰਦਗੀ ਕਰਨੀ ਪਵੇਗੀ ਤਾਂ ਜੋ ਸਾਫ਼ ਹੋ ਜਾਏ।
ਜਿਨ੍ਹਾਂ ਦੇ ਮਨ ਘੱਟ ਮੈਲੇ ਨੇ ਉਹ ਥੋੜ੍ਹੇ ਸਮੇਂ 'ਚ ਹੀ ਉਹਨਾਂ ਦਾ ਸਰ ਜਾਂਦਾ ਅਤੇ ਪ੍ਰਾਪਤੀ। ਜਿਉਂ ਹੀ ਮਨ ਸਾਫ਼ ਹੋਏਗਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੀ ਮੈਨੂੰ ਰੱਬ ਕਦੋਂ ਮਿਲੇਗਾ। ਰੱਬ ਕਹਿੰਦਾ ਤੁਸੀਂ ਮੇਰਾ ਨਾਮ ਜਪ ਜਪ ਕੇ ਆਪਣੇ ਮਨ ਨੂੰ ਸਾਫ਼ ਕਰ ਲਓ। ਜਦੋਂ ਕੋਈ ਮਨ 'ਤੇ ਮੈਲ ਨਹੀਂ ਰਹੇਗੀ ਮੈਂ ਪ੍ਰਗਟ ਹੋ ਜਾਵਾਂਗਾ ਸਾਫ਼। ਹੁਣ ਸਾਨੂੰ ਕਿੰਨੇ ਜਨਮ ਲੱਗਦੇ ਨੇ ਇਹ ਦਾਤੇ ਨੂੰ ਪਤਾ ਵੀ ਇਹ ਮਨ ਸਾਫ਼ ਹੋਣ ਦੇ ਕਿੰਨੇ ਵਜੇ ਜਨਮ ਲੱਗਣਗੇ। ਇਹ ਇੱਕ ਅੱਧੇ ਜਨਮਾਂ ਦਾ ਸਿਲਸਿਲਾ ਨਹੀਂ ਹੈ, ਬੜੇ ਜਨਮ ਲੱਗਦੇ ਨੇ। ਧੰਨੇ ਭਗਤ ਨੂੰ 3 ਘੰਟਿਆਂ 'ਚ ਰੱਬ ਮਿਲ ਗਿਆ। ਧੰਨਾ ਖੁਸ਼ ਹੈ। ਆਕਾਸ਼ਬਾਣੀ ਧੰਨਿਆ ਤੈਨੂੰ 1300 ਸਾਲ ਹੋ ਗਏ ਭਜਨ ਬੰਦਗੀ ਕਰਦਿਆਂ, ਸਿਰਫ 3 ਘੰਟੇ ਦੀ ਪਿਛਲੇ ਜਨਮ 'ਚ ਕਸਰ ਰਹਿ ਗਈ ਸੀ, ਉਹ ਤੂੰ ਪੂਰੀ ਕਰ ਲੈ। ਮੈਂ ਤਾਂ ਤੈਨੂੰ ਮਿਲਿਆ, ਕਿਤੇ ਤੂੰ ਸਮਝ ਮੈਂ ਤੈਨੂੰ 3 ਘੰਟੇ ਤੈਨੂੰ ਮਿਲ ਗਏ। 1300 ਸਾਲ ਹੋ ਗਏ ਤੈਨੂੰ ਭਜਨ ਬੰਦਗੀ ਕਰਦੇ। ਇਹ ਬੜਾ ਲੰਮਾ ਸਿਲਸਿਲਾ ਹੈ, ਕਿਉਂਕਿ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਪਰਮਾਤਮਾ ਹੈ, ਜਿਹਦੇ ਹੁਕਮ ਤੋਂ ਬਿਨਾਂ ਕਿਤੇ ਪੱਤਾ ਨਹੀਂ ਹਿਲਦਾ। ਐਡੀ ਵੱਡੀ ਸ਼ਕਤੀ ਨੂੰ ਪ੍ਰਾਪਤ ਕਰਨ ਲਈ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਜਿਹੜਾ ਹੈ ਮਿਹਨਤ ਚਾਹੀਦੀ ਹੈ, ਅੰਦਰ ਸ਼ਰਧਾ ਭਾਵਨਾ ਚਾਹੀਦੀ ਹੈ, ਕਿਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਫਿਰ ਜਾ ਕੇ ਕਿਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨਮੁਖ ਮੈਲਾ ਹੈ, ਨਾਸਤਿਕ ਦਾ ਮਨ ਮੈਲਾ ਹੁੰਦਾ, ਸ਼ਬਦ ਨਾ ਪਛਾਣ। ਇਹਨੂੰ ਤੇ ਨਾਮ ਦੀ ਮਹਿਮਾ ਦਾ ਹੀ ਨਹੀਂ ਪਤਾ। ਇਹਦੀ ਮਹਿਮਾ ਕੀ ਹੈ, ਇਹਦੀ ਮਹਾਨਤਾ ਕੀ ਹੈ, ਬਾਣੀ ਦੀ ਕੀ ਮਹਾਨਤਾ ਹੈ, ਨਾਮ ਦੀ ਕੀ ਮਹਾਨਤਾ ਹੈ, ਇਹ ਤਾਂ ਲੋਕਾਂ ਨੂੰ ਪਤਾ ਹੀ ਨਹੀਂ। ਨਾ ਪਤਾ ਹੋਣ ਕਰਕੇ ਉਹ ਬਾਣੀ ਪੜ੍ਹਦੇ ਨਹੀਂ, ਨਾਮ ਜਪਦੇ ਨਹੀਂ। ਜਿੱਦਾਂ ਸਾਨੂੰ ਨਾਮ ਦੀ ਮਹਿਮਾ ਦਾ, ਬਾਣੀ ਦੀ ਮਹਿਮਾ ਦਾ ਪਤਾ ਲੱਗਿਆ ਸੀ, ਇਸ ਤੋਂ ਬਿਨਾਂ ਹੋਰ ਕਰਨਾ ਹੀ ਕੁਛ ਨਹੀਂ। ਬਾਕੀ ਤਾਂ ਸਭ ਕੁਛ ਸਾਨੂੰ ਵਿਅਰਥ ਲੱਗਣ ਲੱਗ ਜਾਵੇਗਾ। ਅਸੀਂ ਆਪਣਾ ਸਭ ਸਮਾਂ ਇਸ ਚੀਜ਼ 'ਤੇ ਬਿਤਾ ਦੇਵਾਂਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨਮੁਖ ਮੈਲਾ ਹੈ, ਇਹਨੂੰ ਸ਼ਬਦ ਦਾ ਪਤਾ ਹੀ ਨਹੀਂ ਹੈ, ਮਹਿਮਾ ਦਾ ਪਤਾ ਹੀ ਨਹੀਂ ਹੈ। ਗੁਰਮੁਖ ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਆਖੇ ਲੱਗਣ ਵਾਲਾ ਹੁੰਦਾ, ਨਿਰਮਲ ਨਾਮ ਵਖਾਣਾ। ਉਹ ਨਾਮ ਜਪਦਾ ਹੈ ਅਤੇ ਇੱਕ ਦਿਨ ਨਿਰਮਲ ਹੋ ਜਾਂਦਾ ਹੈ। ਨਾਮ ਨੇ ਸਾਨੂੰ ਨਿਰਮਲ ਕਰਨਾ ਹੈ। ਨਾਮ ਨੇ ਸਾਡੇ ਜਨਮਾਂ ਜਨਮਾਂਤਰ ਦੀ ਮੈਲ ਨੂੰ ਲਾਉਣਾ ਹੈ। ਜਿੱਦੇ ਸਾਡਾ ਮਨ ਨਿਰਮਲ ਹੋ ਗਿਆ ਉਸ ਦਿਨ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।